श्लोक महला पहला। जेकर सूतक मनिए सब से सूतक होए, गोहे ते लकड़ी अंदर कीड़ा होए। जेते दाने अन के जिया बाज न कोए, पहला पानी जियो है जित हरिया सब कोए। सूतक क्यों कर रखिए सूत पवर सोए, नानक सूत के न उतरे ज्ञान उतारे सोए। महला पहला। मन का सूतक लोभ है जिहवा सूतक कूड़, अखी सूतक वेखना परत्र परतन रूप। कन्नी सूत कन पहला इतबारी खाए, नानक हंसादमी बदे जमपुर जाए। महला पहला। सब सूतक परम है दूध लगे जाए, जंगन मरना हुक्म है पाने आवे जाए। खाना पीना पवित्र है जितो निर्जित संभाए। नानक जिनी गुरमुख पुजिया तिना सूत कनाए पौड़ी सत बड़ा कटाई। जिस विच वड्डियां वड्याइयां है मेले तड़कदी आईयां। जात सपाना ता मन वसाइयां, कर हुक्म मस्तक हक कर विचों मार कटियां बुराइयां। सै सुखै नौन दपाइयां नौन दपाइयां नौन दपाइयां। सत वड्डा कर सलाहीए जिस विच वड्डियां वड्याइयां, सह मिलत नजरियाइयां जात सपाना ता मन वसाइयां। कर हुक्म मस्तक हाथ तारे विचों मार कडियां बुराइयां। सत उठै नौ निद पाइयां सत उठै नौ निद पाइयां। सिखा मन हर प्रीत है हर नाम हर तेरी राम राज। हर सेवक पूरा सतगुरु पुरख जाए लह मेरी। गुर सिखा की भुख सब गई, तिन पिछे होर खाए पनेरी। नानक हर पुन कीजिया फिर टोट न आवे हर पुन केरे। वाहिगुरू जी की फतेह। गुरु रूप गुरु प्यारी साध संगत जी, उस मालिक की कृपा सदका फिर सानू समा मिलिया है उस परमात्मा की वडियाइयां दी विचार करने वास्ते। आओ इस समय का लाहा लेंदे हुए एक मन एक चित होके, ए मन हर हर जी ध्याए तू, एक मन एक चित पाए। एक मन एक चित होके असी सुरतां नूं कंडियां सुरतां नूं इकट्ठे करिए, शब्द नाल जुड़ जाइए जी। तो आओ अज दी विचार शुरू करते हाँ। बेनती करांगा जाप जी की सेवा, श्लोक पढ़न की सेवा जसजोत सिंह जी ते उन्हां दा परिवार अज करनगे जी। बेनती है अपना वीडियो ऑन करन ते शुरू करवाउण जी। वाहिगुरू जी का खालसा वाहिगुरू जी की फतेह। एक ओंकार सतनाम करता पुरख निर्भव निर्वैर अकाल अर्जुनी सैभं गुर प्रसाद। एक ओंकार सतनाम करता पुरख निर्भव निर्वैर
अकाल मूरत अजूनी सैभं गुर प्रसाद ओंकार सतनाम करता निरभव निरवैर अकाल मूरत अजूनी सैभं गुर प्रसाद ओंकार सतनाम करता पुरख निरभव निरवैर अकाल मूरत अजूनी सैभं गुर प्रसाद ओंकार सतनाम करता पुरख निरभव निरवैर अकाल अजूनी सैभं गुर प्रसाद ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ, ਬਹੁਤ ਧੰਨਵਾਦ ਜੀ ਜਸਜੋਤ ਸਿੰਘ ਜੀ, ਭੈਣ ਜੀ ਪਵਨੀਤ ਕੌਰ ਜੀ। ਜਾਪ ਕਰਦਿਆਂ ਮਨ ਵਿੱਚ ਇੱਕ ਸ਼ਬਦ ਆ ਰਿਹਾ ਸੀ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਨੀ ਧਿਆਇਆ। ਪਰ ਮਾਤਾ ਪਿਤਾ ਕੁਟੰਬ ਸਹਿਤ ਸਿ ਇਹ ਇਹੋ ਜਿਹੀ ਬਖਸ਼ਿਸ਼ ਇਸ ਪਰਿਵਾਰ ਦੇ ਉੱਤੇ ਹੈ। ਸਾਰਾ ਕੁਟੰਬ, ਸਾਰਾ ਪਰਿਵਾਰ ਦਾ ਇਕੱਲਾ ਇਕੱਲਾ ਜੀ ਜੋ ਗੁਰੂ ਘਰ ਦੇ ਪ੍ਰਤੀ ਸਮਰਪਿਤ ਹੈ ਸੇਵਾ ਵਾਸਤੇ, ਇਹਨਾਂ ਨੇ ਜਾਪ ਦੀ ਸੇਵਾ ਕਰਾਈ ਹੈ, ਇਹਨਾਂ ਦਾ ਬਹੁਤ ਧੰਨਵਾਦ। ਬੇਨਤੀ ਕਰਾਂਗੇ ਜੀ, ਅਸੀਂ ਅਗਲਾ ਸ਼ਲੋਕ ਅਸੀਂ ਅੱਜ ਵਿਚਾਰਨਾ ਹੈ। ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ। ਆਓ ਇਸ ਸ਼ਲੋਕ ਨੂੰ ਪਹਿਲਾਂ ਪਿਆਰ ਨਾਲ ਪੜ੍ਹੀਏ ਤੇ ਵਿਚਾਰੀਏ ਤੇ ਆਪਣੇ ਮਨ ਨੂੰ ਕਰੈਕਟਰ ਬਣਾਈਏ, ਸਾਹਮਣੇ ਲੈ ਕੇ ਆਈਏ ਕਿ ਇਹ ਸਾਡੇ ਮਨ ਦੀ ਗੱਲ ਹੋ ਰਹੀ ਹੈ। ਤੇ ਜੇ ਸਾਡੇ ਮਨ ਨੂੰ ਕੋਈ ਖੋਰ ਲੱਗੀ ਹੈ ਤੇ ਉਹਦਾ ਕੀ ਹਾਲ ਹੁੰਦਾ ਹੈ ਤੇ ਉਹਨੂੰ ਕਿਸ ਤਰ੍ਹਾਂ ਅਸੀਂ ਖੋਰ ਲੱਗਣ ਤੋਂ ਬਚਾ ਸਕਦੇ ਹਾਂ। ਅੱਜ ਇਹ ਸ਼ਲੋਕ ਗੁਰਬਾਣੀ ਸ਼ਬਦ ਰੂਪੀ ਅਸੀਂ ਵਿਚਾਰਨਾ ਹੈ। ਬੇਨਤੀ ਹੈ ਇਹ ਸ਼ਲੋਕ ਪੜ੍ਹੀਏ ਜੀ।
ਕਬੀਰ RAM ਨਾ ਧਿਆਇਓ। ਕਬੀਰ RAM ਨਾ ਧਿਆਇਓ, ਮੋਟੀ ਲਾਗੀ ਖੋਰ, ਕਾਇਆ ਹਾਂਡੀ ਕਾਠ ਕੀ, ਨਾ ਉਹ ਚਰੈ ਬਹੋਰ। ਕਬੀਰ RAM ਨਾ ਧਿਆਇਓ, ਮੋਟੀ ਲਾਗੀ ਖੋਰ, ਕਾਇਆ ਹਾਂਡੀ ਕਾਠ ਕੀ, ਨਾ ਉਹ ਚਰੈ ਬਹੋਰ। ਪਦ ਅਰਥ। ਖੋਰ ਖੋੜ, ਖੋਖਲਾਪਨ। ਮੋਟੀ ਖੋਰ ਲਾਗੀ, ਉਸ ਦੇ ਅੰਦਰ ਮੋਟੀ ਖੋੜ ਬਣਦੀ ਜਾ ਰਹੀ ਹੈ। ਉਸਨੂੰ ਵਿਕਾਰ ਅੰਦਰੋਂ ਖੋਖਲਾ ਕਰੀ ਜਾਂਦੇ ਹਨ ਤੇ ਉਹ ਸਹਿਜੇ ਆਤਮਕ ਮੌਤ ਮਰਦਾ ਜਾਂਦਾ ਹੈ। ਕਾਇਆ ਸਰੀਰ, ਨਾ ਚਰੈ, ਚੁੱਲ੍ਹੇ ਉੱਤੇ ਨਹੀਂ ਚੜ੍ਹਦੀ, ਬਹੋਰ, ਮੁੜ ਦੂਜੀ ਵਾਰ। ਅਰਥ। ਹੇ ਕਬੀਰ, ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਸਨੂੰ ਅੰਦਰੋਂ ਅੰਦਰ ਵਿਕਾਰ ਖੋਖਲਾ ਕਰੀ ਜਾਂਦੇ ਹਨ ਤੇ ਉਹ ਸਹਿਜੇ ਆਤਮਕ ਮੌਤ 'ਤੇ ਮਰਦਾ ਜਾਂਦਾ ਹੈ। ਜਿਵੇਂ ਲੱਕੜ ਦੀ ਹਾਂਡੀ ਚੁੱਲ੍ਹੇ 'ਤੇ ਇੱਕ ਵਾਰ ਸੜ ਕੇ ਮੁੜ ਚੁੱਲ੍ਹੇ ਉੱਤੇ ਨਹੀਂ ਚੜ੍ਹਦੀ, ਤਿਵੇਂ ਵਿਕਾਰਾਂ ਦੀ ਅੱਗ ਵਿੱਚ ਸੜ ਹੋਏ ਮਨੁੱਖ ਦਾ ਇਹ ਸਰੀਰ ਹੈ ਜੋ ਇਸ ਨੂੰ ਦੂਜੀ ਵਾਰ ਨਹੀਂ ਮਿਲਦਾ। ਵਾਹ। ਕਬੀਰ RAM ਨਾ ਧਿਆਇਓ, ਮੋਟੀ ਲਾਗੀ ਖੋਰ। ਕਬੀਰ ਜੀ ਕਹਿੰਦੇ ਨੇ ਇਸ ਵਿੱਚ ਕਿ ਜਿਹੜਾ ਮਨੁੱਖ ਰਾਮ ਨਹੀਂ ਧਿਆਉਂਦਾ, ਪਰਮਾਤਮਾ ਨੂੰ ਨਹੀਂ ਸਿਮਰਦਾ, ਤੇ ਉਹਦੇ ਅੰਦਰ ਮੋਟੀ ਲਾਗੀ ਖੋਰ, ਉਹਦੇ ਅੰਦਰ ਇੱਕ ਖੋਖਲਾਪਨ ਆ ਜਾਂਦਾ। ਤਾਂ ਕਿਵੇਂ ਆ ਜਾਂਦਾ? ਜਿਹੜੇ ਵਿਕਾਰ ਹੈਗੇ ਆ ਉਹਦੇ, ਉਹਨੂੰ ਅੰਦਰੋਂ ਹੀ ਅੰਦਰ ਖਾ ਕੇ ਉਹਨੂੰ ਪੂਰੀ ਤਰ੍ਹਾਂ ਖੋਖਲਾ ਕਰ ਦਿੰਦੇ ਆ। ਇਸ ਤੇ ਮੈਨੂੰ ਨਾ ਇੱਕ ਬੜਾ ਸਹੀ ਐਗਜ਼ਾਮਪਲ ਯਾਦ ਆ ਰਿਹਾ ਕਿ ਜਿਵੇਂ ਇੱਕ ਲੱਕੜ ਹੁੰਦੀ ਹੈ ਤੇ ਉਹਨੂੰ ਬਾਹਰੋਂ ਦੇਖਣ ਨੂੰ ਤਾਂ ਸੇਮ ਹੀ ਲੱਗਦੀਆਂ ਨੇ ਸਾਰੀਆਂ, ਪਰ ਜਦ ਤੱਕ ਅਸੀਂ ਉਹਨੂੰ ਅੰਦਰੋਂ ਦੀ ਨਹੀਂ ਦੇਖਦੇ ਜਾਂ ਫਿਰ ਉਸ ਤੇ ਚੋਟ ਮਾਰ ਕੇ ਨਹੀਂ ਚੈੱਕ ਕਰਦੇ, ਸਾਨੂੰ ਨਹੀਂ ਪਤਾ ਲੱਗਦਾ ਕਿ ਅੰਦਰੋਂ ਖਾਧੀ ਪਈ ਹੈ, ਦੀਮਕ ਨੇ ਖਾ ਚੁੱਕਿਆ ਕਿ ਨਹੀਂ ਖਾਧੀ ਹੋਈ। ਉਵੇਂ ਸਾਨੂੰ ਵੀ ਉਵੇਂ ਇਹ ਵਿਕਾਰ ਵੀ ਨਾ ਦੀਮਕ ਵਾਂਗ ਹੀ ਹੈਗੇ ਨੇ, ਅੰਦਰੋਂ ਹੀ ਅੰਦਰ ਜਿਵੇਂ ਦੀਮਕ ਲੱਕੜ ਨੂੰ ਖਾ ਜਾਂਦੀ, ਪਤਾ ਨਹੀਂ ਚੱਲਦਾ, ਸਾਰੀ ਲੱਕੜ ਜਦ ਪੂਰੀ ਤਰ੍ਹਾਂ ਖਾਧੀ ਜਾਂਦੀ, ਢਹਿ ਜਾਂਦੀ ਹੈ, ਫਿਰ ਪਤਾ ਲੱਗਦਾ ਕਿ ਹਾਂ ਇਹਦੇ ਅੰਦਰ ਦੀਮਕ ਲੱਗੀ ਹੋਈ ਸੀ। ਉਵੇਂ ਇਹ ਵਿਕਾਰ ਸਾਨੂੰ ਅੰਦਰੋਂ ਹੀ ਅੰਦਰ ਖਾਈ ਜਾਂਦੇ ਤੇ ਜਦ ਸਾਡੀ ਆਤਮਕ ਮੌਤ ਹੋਏਗੀ ਤਾਂ ਸਾਨੂੰ ਉਹ ਹੋਏਗਾ ਕਿ ਹਾਂ ਉਹ ਹੋਇਆ, ਸਾਨੂੰ ਵਿਕਾਰਾਂ ਦੀ ਕਿੰਨੀ ਜ਼ਿਆਦਾ ਸਾਨੂੰ ਖਾਈ ਜਾ ਰਹੇ ਸੀ, ਕਿੰਨੀ ਵਿਕਾਰਾਂ ਦੀ ਮੈਲ ਲੱਗੀ ਹੋਈ ਸੀ ਸਾਡੇ ਤੇ ਉਹਦਾ ਜਿਵੇਂ ਮੈਂ ਇੱਕ ਗੱਲ ਸੋਚ ਰਿਹਾ ਸੀਗਾ ਕਿ ਜਿਵੇਂ ਲੱਕੜ ਨੂੰ ਅਸੀਂ ਚੋਟ ਮਾਰਦੇ ਹਾਂ, ਜਿਹੜਾ ਐਕਸਪਰਟ ਹੁੰਦਾ ਉਹ ਐ ਚੋਟ ਮਾਰਦਾ ਤੇ ਪਤਾ ਲੱਗ ਜਾਂਦਾ ਉਹਨੂੰ ਕਿ ਹਾਂ ਅੰਦਰ ਖੋਖਲੀ ਹੈ ਕਿ ਪੱਕੀ ਹੈਗੀ ਆ। ਉਵੇਂ ਨਾ ਸਾਨੂੰ ਬਾਬਾ ਜੀ ਨੇ ਨਾ ਨਾਮ ਦਾ ਜਿਹੜਾ ਦਿੱਤਾ ਹੋਇਆ, ਨਾਮ ਦੀ ਜਿਹੜੀ ਚੋਟ ਹੈ, ਜਿਹੜੀ ਹਾਂ ਅਸੀਂ ਜਦ ਪਾਠ ਕਰਦੇ ਹਾਂ ਤਾਂ ਸਾਨੂੰ ਅੰਦਰੋਂ ਦੀ ਅੰਦਰ ਕਿੱਥੇ ਫੀਲ ਹੁੰਦਾ ਕਿ ਹਾਂ ਕਿੱਥੇ ਸਾਡੇ ਉੱਤੇ ਕਿੰਨੇ ਵਿਕਾਰ ਚਿਮੜੇ ਹੋਏ ਨੇ। ਉਹ ਇੱਕ ਤਰੀਕੇ ਨਾਲ ਮੇਰੇ ਖਿਆਲ ਮੈਜ਼ਰਮੈਂਟ ਦਾ ਤਰੀਕਾ ਸਾਨੂੰ ਇੱਕ ਦਿੱਤੇ ਹੋਇਆ ਕਿ ਹਾਂ ਤੁਹਾਡੇ ਅੰਦਰ ਕਿੰਨੇ ਕੁ ਵਿਕਾਰ ਹੈਗੇ ਨੇ। ਫਿਰ ਅੱਗੇ ਲਿਖਦੇ ਹਨ ਜੀ, ਕਾਇਆ ਹਾਂਡੀ ਕਾਠ ਕੀ, ਨਾ ਉਹ ਚਰੈ ਬਹੋਰ। ਕਿ ਜਿਹੜੀ ਉਹ ਇਹਦੇ 'ਚੋਂ ਬੜੇ ਅੱਛੀ ਤਰ੍ਹਾਂ ਸਮਝਾਉਂਦੇ ਨੇ, ਰਿਲੇਟ ਕਰਦੇ ਨੇ ਸਾਨੂੰ ਲੱਕੜ ਦੀ ਹਾਂਡੀ ਨਾਲ। ਲੱਕੜ ਦੀ ਹਾਂਡੀ, ਜਿਵੇਂ ਲੱਕੜ ਦੀ ਹਾਂਡੀ ਇੱਕ ਵਾਰੀ ਜੇ ਤੁਸੀਂ ਚੁੱਲ੍ਹੇ 'ਤੇ ਜਸਟ ਚਾੜਤੀ, ਉਹ ਸੜ ਜਾਏਗੀ, ਉਹਦਾ ਕੋਈ ਯੂਜ਼ ਨਹੀਂ ਰਹਿ ਜਾਂਦਾ। ਪਰ ਉਵੇਂ ਜਿਵੇਂ ਸਾਨੂੰ ਨਾ ਮਨੁੱਖਾ ਜਿਹੜਾ ਜਨਮ ਮਿਲਿਆ ਹੈਗਾ, ਇਹ ਲੱਕੜ ਦੀ ਹਾਂਡੀ ਵਾਂਗ ਹੈ ਤੇ ਅਸੀਂ ਇਹਨੂੰ ਨਾ ਵਿਕਾਰਾਂ ਦੀ ਅੱਗ ਵਿੱਚ ਸਾੜੀ ਜਾ ਰਿਹਾ ਤੇ ਸਾਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਹਾਂ ਇੱਕ ਵਾਰੀ ਜੇ ਸੜ ਗਈ ਤਾਂ ਇਹਦਾ ਫਿਰ ਦੁਬਾਰਾ ਨਹੀਂ, ਇਹ ਜਨਮ ਨਿਕਲ ਗਿਆ, ਫਿਰ ਇਹ ਟਾਈਮ ਵਾਪਿਸ ਨਹੀਂ ਆਉਣਾ। ਤੇ ਇੱਕ ਮੈਨੂੰ ਇਹ ਬੜਾ ਅੱਛਾ ਲੱਗ ਰਿਹਾ ਸੀਗਾ ਕਿ ਜਿਵੇਂ ਇੱਕ ਹਾਂਡੀ ਆ, ਉਹਦਾ ਕੋਈ ਪਰਪਸ ਹੁੰਦਾ, ਉਹਦੇ 'ਚ ਕੁਝ ਕਲੈਕਟ ਕਰਨਾ ਤੇ ਇਹਦੇ 'ਚ ਹਾਂਡੀ ਕਿਉਂ ਵਰਤਿਆ, ਇਹਦੇ 'ਚ ਮੈਨੂੰ ਲੱਗ ਰਿਹਾ ਸੀਗਾ ਕਿ ਜਿਵੇਂ ਜਿਹੜਾ ਸਾਡਾ ਮਨੁੱਖਾ ਜਨਮ ਹੈਗਾ ਇਹ ਹਾਂਡੀ ਦੀ ਤਰ੍ਹਾਂ ਕਿਉਂ ਹੈ, ਕਿਉਂਕਿ ਅਸੀਂ ਜਿਹਦੇ ਨਾਮ ਨੂੰ ਅੰਮ੍ਰਿਤ ਇਕੱਠਾ ਕਰਨਾ।
ਅਸੀਂ ਇਹਨੂੰ ਆਪਣੇ ਅੰਦਰ ਵਸਾਉਣਾ ਹੈਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਓ ਓਵਰ ਟੂ ਅੰਕਲ ਜੀ। ਬਹੁਤ ਵਧੀਆ ਜੀ ਜਸਜੋਤ ਸਿੰਘ ਜੀ। ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਵੀ ਅਸੀਂ ਵੀ ਆਪ ਜੀ ਦੀ ਉਮਰ ਜਿੰਨੇ ਹੁੰਦੇ, ਸਾਨੂੰ ਕੋਈ ਇਸ ਤਰ੍ਹਾਂ ਸ਼ਬਦ ਮਿਲ ਜਾਂਦਾ, ਗੁਰਬਾਣੀ ਨਾਲ ਜੁੜ ਜਾਂਦੇ, ਵਿਚਾਰ ਮਿਲ ਜਾਂਦੀ, ਤੇ ਸਾਡਾ ਜੀਵਨ ਅੱਜ ਹੋਰ ਆਨੰਦਿਤ ਹੁੰਦਾ। ਬੇਨਤੀ ਕਰਾਂਗਾ ਭੈਣ ਜੀ ਭਵਨੀਤ ਕੌਰ ਜੀ, ਇਹਨਾਂ ਕੋਲ ਵੀ ਬਹੁਤ ਖਜ਼ਾਨਾ ਹੈ, ਇਹ ਵੀ ਉਸ ਖਜ਼ਾਨੇ ਵਿੱਚੋਂ ਕੁਝ ਵਿਚਾਰਾਂ ਕੱਢ ਕੇ ਸਾਨੂੰ ਸਾਂਝਾ ਕਰਨ ਜੀ। ਕਿਉਂਕਿ ਭੈਣ ਜੀ ਸੁਣਦੇ ਜ਼ਿਆਦਾ ਹਨ ਔਰ ਵਿਚਾਰਾਂ ਇਹਨਾਂ ਦੇ ਅੰਦਰ ਚਲਦੀਆਂ ਹਨ, ਅਨੁਭਵ ਇੰਨੇ ਆਉਂਦੇ ਹਨ, ਜਿਹੜੇ ਵਡਿਆਈ ਵਿਚਾਰ ਦੇ ਅਸੀਂ ਅਨੁਭਵ ਭੇਜਦੇ ਹਾਂ, ਭੈਣ ਜੀ ਹੀ ਭੇਜਦੇ ਹਨ। ਤੇ ਇਹ ਆਪਣੇ ਉਸ ਖਜ਼ਾਨੇ ਵਿੱਚੋਂ ਵੀ ਕੁਝ ਬਚਨ ਸਾਡੇ ਨਾਲ ਸਾਂਝੇ ਕਰਨ ਜੀ ਇਸ ਸ਼ਲੋਕ ਦੇ ਪਰਥਾਏ। ਫੁਰਮਾਨ ਹੈ ਨਾ, ਹਰ ਜਪਦਿਆਂ ਖਿਣ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੀ ਜਾਪੇ ਸਾ ਆਵੇ ਕਿ ਨਾ ਆਵੇ ਰਾਮ। ਮਤਲਬ ਜੇ ਅਸੀਂ ਪੂਰਾ ਦਾ ਪੂਰਾ ਜਨਮ, ਇੱਕ ਜਨਮ ਨਹੀਂ, ਪਤਾ ਨਹੀਂ ਕਿੰਨੇ ਹੀ ਜਨਮ ਹੈ ਨੇ ਜਿਹੜੇ ਅਸੀਂ ਐਵੇਂ ਹੀ ਵਿਕਾਰਾਂ ਦੇ ਵਿੱਚ ਹੀ ਵੇਸਟ ਕਰ ਦਿੱਤੇ ਨਾ। ਅਸੀਂ ਕਦੇ ਉਹ ਫਰਮਾਨ ਦੇ ਵਿੱਚ ਹੈ ਕਿ ਖਿਣ ਜਿੰਨਾ ਵੀ ਇੱਕ ਪਲ ਵੀ ਮਤਲਬ ਵੇਸਟ ਨਾ ਕਰੀਏ। ਤੇ ਅਸੀਂ ਇਤਨੇ ਜਨਮ ਮਤਲਬ ਐਵੇਂ ਵੇਸਟ ਕਰਦੇ ਤਾਂ ਸਾਨੂੰ ਕੁਛ ਪਤਾ ਹੀ ਨਹੀਂ ਚੱਲਿਆ। ਤੇ ਅਸੀਂ ਬਾਣੀ ਨੂੰ ਆਧਾਰ ਬਣਾ ਕੇ ਅਸੀਂ ਆਪਣਾ ਜੀਵਨ ਵੀ ਕੁਝ ਸਫਲਾ ਕਰੀਏ। ਸਾਨੂੰ ਸੰਗਤ ਮਿਲੇ, ਸੰਗਤ ਨਾਲ ਹੀ ਸਾਨੂੰ ਹੀਰੇ ਜਵਾਹਰਤ ਮੋਤੀ ਮਿਲਦੇ ਨੇ, ਅਸੀਂ ਉਹਨਾਂ ਤੋਂ ਕੁਝ ਸਿੱਖਿਆ ਲਈਏ ਤੇ ਆਪਣਾ ਜੀਵਨ ਨੂੰ ਸੁਧਾਰੀਏ। ਸੰਗਤ ਜੀ ਬੇਨਤੀ ਹੈ, ਜੋ ਅਸੀਂ ਸ਼ਬਦ ਪੜ੍ਹਿਆ ਹੈ, ਵਿਚਾਰ ਕੀਤੀ ਹੈ, ਭੈਣ ਜੀ ਨੇ ਸਵਾਸਾਂ ਦੀ ਗੱਲ ਕੀਤੀ ਹੈ, ਸਵਾਸ ਕਿੰਨੇ ਕੀਮਤੀ ਹਨ। ਅਸੀਂ ਇਹ ਵਿਚਾਰਨਾ ਹੈ ਵੀ ਜੀਵਨ ਹੈ ਕੀ ਹੈ। ਕਿ ਜਨਮ ਹੋ ਜਾਣਾ, ਸਵਾਸ ਚੱਲਣੇ, ਉਮਰ ਦਾ ਬੀਤਣਾ, ਇਹੀ ਜੀਵਨ ਹੈ। ਇਹ ਇੱਕ ਸੰਸਾਰੀ ਜੀਵਨ ਤਾਂ ਕਹਿ ਸਕਦੇ ਹਾਂ, ਪਰ ਗੁਰਬਾਣੀ ਗੁਰਮਤ ਦੀ ਕਸਵੱਟੀ ਜਿਹੜੀ ਹੈ ਕੁਝ ਹੋਰ ਦੱਸਦੀ ਹੈ। ਇੱਕ ਪਾਸੇ ਇਸ ਸ਼ਲੋਕ ਦੇ ਵਿੱਚ ਵਿਕਾਰਾਂ ਦੀ ਗੱਲ ਹੋਈ ਹੈ, ਇੱਕ ਪਾਸੇ ਕਬੀਰ ਜੀ ਲਿਖਦੇ ਹਨ, ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਪਰਮਾਤਮਾ ਦਾ ਸਿਮਰਨ ਛੱਡ ਕੇ। ਭਾਵ ਗੁਰਬਾਣੀ ਮੁਤਾਬਕ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜੀਵਨ ਉਹੀ ਹੈ ਜਨਮ ਤੋਂ ਲੈ ਕੇ ਆਖਰੀ ਸਵਾਸ ਤੱਕ। ਸਿਮਰਨ ਸਵਾਸਾਂ ਦੇ ਜੇ ਨਾਲ ਚੱਲਦਾ, ਉਸੇ ਨੂੰ ਹੀ ਅਸਲ ਜੀਵਨ ਮੰਨਿਆ ਗਿਆ ਹੈ। ਸਰੀਰਕ ਜੀਵਨ ਵੀ ਹੈ ਔਰ ਆਤਮਿਕ ਜੀਵਨ ਵੀ ਹੈ। ਹਰ ਸਵਾਸ ਦੇ ਨਾਲ ਸਿਮਰਨ ਉਸ ਪਰਮਾਤਮਾ ਦਾ ਜੇ ਜੁੜ ਜਾਂਦਾ ਹੈ ਤੇ ਅਸਲ ਜੀਵਨ ਗੁਰਬਾਣੀ ਉਸੇ ਜੀਵਨ ਨੂੰ ਜੀਵਨ ਦੱਸਦੀ ਹੈ। ਪਰ ਮਨੁੱਖੀ ਸੁਭਾਅ ਜੋ ਹੈ, ਉਹ ਕੱਲ ਵੀ ਅਸੀਂ ਪੜ੍ਹਿਆ ਸੀ, ਉਹ ਜਿਹੜਾ ਔਗੁਣਾਂ ਵੱਲ ਜ਼ਿਆਦਾ ਦੌੜਦਾ ਹੈ, ਨਿਮਾਣ ਵੱਲ ਦੌੜਦਾ ਹੈ। ਸਿਮਰਨ ਨੂੰ ਅਸੀਂ ਛੱਡ ਬੈਠਦੇ ਹਾਂ। ਕਬੀਰ ਹਰ ਕਾ ਸਿਮਰਨ ਛੱਡ ਕੇ ਅਸੀਂ ਹੋਰ ਜਿਹੜੇ ਹੈ ਉਹ ਕਰਮ ਕਰਦੇ ਹਾਂ, ਤੇ ਉਹ ਅਸੀਂ ਜਿਹੜੇ ਹੈ ਉਹ ਫਿਰ ਜੀਵਨ ਜਿਹੜਾ ਹੈ ਉਹ ਸਹਿਜੇ ਸਹਿਜੇ ਅੰਦਰੋਂ ਜਿਹੜਾ ਖੋਰਾ ਲੱਗਦਾ ਜਾਂਦਾ ਹੈ। ਤੇ ਅਸੀਂ ਦੇਖਦੇ ਹਾਂ ਜਦੋਂ ਲੱਕੜ ਨੂੰ ਖੋਰਾ ਲੱਗਦਾ ਹੈ ਜਾਂ ਕਿਤੇ ਵੀ ਖੋਰਾ ਲੱਗਦਾ ਹੈ, ਤੇ ਉਹ ਜਿਹੜੀ ਹੈ ਉਹ ਅੰਤ ਦੀ ਨਿਸ਼ਾਨੀ ਹੁੰਦੀ ਹੈ, ਉਹ ਇੱਕ ਤਰ੍ਹਾਂ ਮੌਤ ਦੀ ਨਿਸ਼ਾਨੀ ਹੁੰਦੀ ਹੈ। ਹੁਣ ਇਸੇ ਸ਼ਲੋਕ ਦਾ ਜੋ ਮੈਨੂੰ ਲੱਗਦਾ ਹੈ ਵਿਚਾਰ ਇਹ ਬਣਦੀ ਹੈ ਬਈ ਜੀਵਨ ਉਹੀ ਹੈ ਜਿੱਥੇ ਹਰ ਸਵਾਸ ਦੇ ਨਾਲ, ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਹੈ, ਹਮ ਆਦਮੀ ਹਾਂ ਇੱਕਦਮੀ, ਹਰ ਸਵਾਸ ਦੇ ਨਾਲ ਉਸ ਸਿਮਰਨ ਨੂੰ ਜੋੜਨਾ ਹੈ, ਉਸ ਦੀ ਯਾਦ ਨੂੰ, ਚੇਤੇ ਨੂੰ ਜੋੜਨਾ ਹੈ, ਤੇ ਤਾਂ ਜੋ ਜਿਹੜਾ ਜੀਵਨ ਹੈ ਉਹ ਸਫਲ ਹੋ ਸਕਦਾ ਹੈ। ਇਹ ਬੇਨਤੀ ਹੈ, ਇਸੇ ਵਿਚਾਰ ਨੂੰ ਹੋਰ ਅੱਗੇ ਤੋਰਦੇ ਹੋਏ ਸਾਰੀ ਸੰਗਤ ਨੂੰ ਬੇਨਤੀ ਹੈ, ਆਪਣੇ ਹੈਂਡ ਰੇਜ਼ ਕਰੋ, ਚੈਟਿੰਗ ਕਰੋ, ਤਾਂ ਜੋ ਅਸੀਂ ਹੋਰ ਅੱਗੇ ਇਸ ਡੂੰਘੀ ਵਿਚਾਰ ਅਸੀਂ ਆਪਣੇ ਜੀ। ਮਨਦੀਪ ਬੇਟੀ ਦਾ ਹੈਂਡ ਰੇਜ਼ ਹੈ ਜੀ, ਸਹਿਜ ਵੀ ਜੀ ਉਹਨਾਂ ਨੂੰ ਲੈ ਕੇ ਆਓਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆਪਣੇ ਮੁਤਾਬਿਕ ਇਸ ਸ਼ਲੋਕ ਦਾ ਇਹ ਮੀਨਿੰਗ ਦੱਸਣਾ ਚਾਹਾਂਗੀ ਕਿ ਕਬੀਰ ਜੀ ਕਹਿੰਦੇ ਹਨ ਕਿ ਇਸ ਸੰਸਾਰੀ ਬੰਦਿਆਂ ਨੂੰ ਪਰਮਾਤਮਾ ਦਾ ਨਾਮ ਨਾ ਧਿਆਉਣ ਦਾ, ਨਾਮ ਨਾ ਸਿਮਰਨ ਦੀ ਬਹੁਤ ਵੱਡੀ ਬਿਮਾਰੀ ਲੱਗ ਗਈ ਹੈ। ਜਿਵੇਂ ਕਾਇਆ ਹਾਂਡੀ ਕਾਠੀ, ਨਾ ਉਹ ਚੜ੍ਹੇ ਬਹੋਰ, ਵੀ ਜਿਹੜੀ ਹਾਂਡੀ ਹੁੰਦੀ ਹੈ ਉਹ ਚੁੱਲ੍ਹੇ ਤੇ ਦੁਬਾਰਾ ਨਹੀਂ ਚੜ੍ਹ ਸਕਦੀ। ਇਸੇ ਤਰ੍ਹਾਂ ਜਿਹੜਾ ਸਾਡਾ ਇਹ ਜੀਵਨ ਹੈ ਉਹ ਸਾਨੂੰ ਪਰਮਾਤਮਾ ਤੋਂ ਦੁਬਾਰਾ ਨਹੀਂ ਮਿਲ ਸਕਦਾ। ਇਸ ਕਰਕੇ ਸਾਨੂੰ ਹਰ ਰੋਜ਼ ਨਿਤਨੇਮ, ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ, ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ। ਵਾਹ ਜੀ ਵਾਹ ਬੇਟਾ ਜੀ ਵਾਹ। ਮਨਦੀਪ ਕੌਰ ਜੀ, ਬਹੁਤ ਪਿਆਰੇ ਵਿਚਾਰ ਤੁਸੀਂ ਕੀਤੇ ਜੀ। ਦੋ ਚੀਜ਼ਾਂ ਤੁਸੀਂ ਗੱਲਾਂ ਕਹੀਆਂ ਕਿ ਇੱਕ ਤਾਂ ਸਾਨੂੰ ਬਹੁਤ ਵੱਡੀ ਬਿਮਾਰੀ ਲੱਗ ਜਾਂਦੀ ਹੈ, ਦੂਸਰਾ ਇਹ ਏਡੀ ਵੱਡੀ ਬਿਮਾਰੀ ਹੈ ਜਿਹੜੀ ਸਾਨੂੰ ਖੋਰ ਲੱਗਦੀ ਹੈ। ਜਿਵੇਂ ਲੱਕੜ ਹੌਲੀ ਹੌਲੀ ਜਸਜੋਤ ਬੇਟੇ ਨੇ ਦੱਸਿਆ ਕਿ ਗਲਦੀ ਗਲ ਜਾਂਦੀ ਹੈ, ਉਹਨੂੰ ਸਿਉਂਕ ਲੱਗ ਜਾਏ ਤੇ ਅੰਦਰੋਂ ਖਾਲੀ ਹੋ ਜਾਂਦੀ ਹੈ। ਸਾਡੇ ਵੀ ਜੀਵਨ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਅਗਰ ਅਸੀਂ ਨਾਮ ਨਹੀਂ ਜਪਦੇ ਤੇ ਵਿਕਾਰ ਸਾਡੀ ਫਾਊਂਡੇਸ਼ਨ ਨੂੰ ਹੌਲੀ ਹੌਲੀ ਖਤਮ ਕਰ ਸਕਦੇ ਹਨ। ਤੇ ਕਾਠ ਦੀ ਹਾਂਡੀ ਜਿਵੇਂ ਬਾਰ-ਬਾਰ ਨਹੀਂ ਚੜ੍ਹਦੀ, ਤੇ ਸਾਨੂੰ ਵੀ ਜਿਉਂ ਬਲ ਫਲ ਪਾ ਕੇ ਪੋਏ ਗਿਰੇ, ਬਾਹਰ ਨਾ ਲਾਗੇ ਡਾਰ ਵਾਲੀ ਗੱਲ ਕਿ ਦੁਬਾਰਾ ਸਾਨੂੰ ਇਹ ਜੀਵਨ ਨਹੀਂ ਮਿਲਣਾ। ਬਹੁਤ ਸ਼ਾਬਾਸ਼ ਬੇਟਾ ਮਨਦੀਪ ਕੌਰ ਜੀ। ਸੁਨੇ ਤੋਂ ਬਾਅਦ ਹੋਰ ਵੀ ਕੋਈ ਬਾਣੀ ਯਾਦ ਕਰਦੇ ਹੋ ਤੁਸੀਂ ਕਿ ਇੱਕ ਹੀ ਯਾਦ ਹੈ ਜੀ ਬਾਣੀ? ਨਹੀਂ ਸਰ, ਜਪਜੀ ਸਾਹਿਬ, ਤ੍ਰੈਪਿਸ਼ਾ ਸਵਈਆ, ਚੌਪਈ ਸਾਹਿਬ, ਆਨੰਦ ਸਾਹਿਬ, ਸਾਰਾ ਨਹੀਂ ਯਾਦ, 40 ਪੌੜੀਆਂ ਵਾਲਾ। ਅੱਛਾ ਜੀ, ਵਾਹ ਜੀ, ਸ਼ਾਬਾਸ਼ ਬੇਟਾ। ਸੋਹਿਲਾ ਸਾਹਿਬ, ਰਹਿਰਾਜ ਸਾਹਿਬ, ਅਰਦਾਸ ਵੀ ਯਾਦ ਹੈ ਸਰ। ਆਹਾ, ਵੈਰੀ ਗੁੱਡ, ਸ਼ਾਬਾਸ਼ ਬੇਟਾ, ਬਹੁਤ ਵਧੀਆ ਜੀ। ਜਿੰਨੀਆਂ ਤੁਹਾਨੂੰ ਬਾਣੀਆਂ ਯਾਦ ਨੇ, ਮੈਨੂੰ ਲੱਗਦਾ ਸਾਨੂੰ ਇਹਨੇ ਨਾਮ ਹੀ ਨਹੀਂ ਯਾਦ ਹੋਣੇ ਜੀ। ਬਹੁਤ ਵਧੀਆ ਬੇਟਾ। ਇਸ ਉਮਰ 'ਚ ਜਿੰਨੀ ਤੁਸੀਂ ਬਾਣੀ ਯਾਦ ਕਰ ਲਓਗੇ ਨਾ, ਤੁਹਾਨੂੰ ਯਾਦ ਰਹਿ ਜਾਏਗੀ। ਅਗਰ ਸਾਡੀ ਉਮਰ 'ਚ ਪਹੁੰਚ ਕੇ ਕਰੋਗੇ ਤੇ ਫਿਰ ਬਾਣੀ ਜਿਹੜੀ ਯਾਦ ਆ ਉਹ ਵੀ ਭੁੱਲਣੀ ਸ਼ੁਰੂ ਹੋ ਜਾਂਦੀ ਹੈ। ਬਹੁਤ ਵਧੀਆ, ਸ਼ਾਬਾਸ਼ ਬੇਟਾ। ਜਿਵੇਂ ਵੀਰ ਜੀ ਨੇ, ਪ੍ਰਵਿੰਦਰ ਵੀਰ ਜੀ ਨੇ ਵਿਚਾਰ ਕੀਤੀ ਹੈ, ਰਵਨੀਤ ਸਿੰਘ ਜੀ ਵੀ ਲਿਖ ਰਹੇ ਨੇ, ਹੀਰੇ ਜੈਸਾ ਜਨਮ ਹੈ, ਵਾਹ ਜੀ, ਕੌਡੀ ਬਦਲੇ ਜਾਏ, ਜਿਨ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੈ ਆਵੈ ਜਾਏ। ਆਹਾ, ਇਹ ਚੈਟ ਵਿੱਚ ਵਿਚਾਰ ਆ ਰਹੀ ਹੈ ਜੀ। ਹਾਂਜੀ, ਜਸਵੀਰ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ। ਆਓ ਜੀ ਜਸਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਵੀਰ ਜੀ ਨੇ ਸਿਮਰਨ ਤੇ ਗੱਲ ਕੀਤੀ ਹੈ। ਇੱਕ ਸ਼ਬਦ ਆਉਂਦਾ ਹੈ ਆਪਣੇ ਗੁਰਬਾਣੀ ਦੇ ਵਿੱਚ, ਔਰ ਧਾਰੈ ਜੋ ਅੰਤਰ ਨਾਮ, ਸਰ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਪਰਸ ਸਗਲ ਨਿਸਤਾਰੈ। ਮਤਲਬ ਕਿ ਨਾਮ ਸਿਮਰਨ ਦੀ ਜੁਗਤੀ ਹੈ ਜਿਹੜੀ, ਉਹ ਸਾਨੂੰ ਵਿਧੀ ਵਿੱਚ ਜਗਿਆਸੂ ਨੂੰ ਆਪਣੀ ਮੈਂ ਮੇਰੀ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਪ੍ਰਭੂ ਹਜ਼ੂਰੀ ਦੀ ਹਮੇਸ਼ਾ ਬਹੁਤ ਲੋੜ ਹੈ। ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜੇ ਆਪਾਂ ਨਾਮ ਸਿਮਰਨ ਕਰਾਂਗੇ, ਉਹ ਪ੍ਰਤੀਤ ਕਰੀਏ ਕਿ ਮੇਰਾ ਅਕਾਲ ਪੁਰਖ ਹੈ ਜਿਹੜਾ ਮੇਰੇ ਹਿਰਦੇ ਵਿੱਚ ਬੈਠਾ ਹੋਇਆ ਹੈ, ਮੈਨੂੰ ਆਪਣਾ ਨਾਮ ਜਪਾ ਰਿਹਾ ਹੈ, ਇਸੇ ਨੂੰ ਹਜ਼ੂਰੀ ਕਹਿੰਦੇ ਆ। ਕਿਉਂਕਿ ਵਾਹਿਗੁਰੂ ਹਰ ਵਕਤ ਆਪਣੇ ਅੰਗ ਸੰਗ ਹੈ, ਆਪਣੇ ਹਿਰਦੇ ਵਿੱਚ ਹਾਜ਼ਰ ਨਾਜ਼ਰ ਹੈ, ਔਰ ਇਸ ਲਈ ਉਸ ਨੂੰ ਨਾਮ ਨੂੰ ਵਾਰ-ਵਾਰ ਸਿਮਰ ਕੇ ਸੁਰਤ ਨੂੰ ਉਸ ਵਿੱਚ ਆਪਾਂ ਨੇ ਲੀਨ ਕਰਨਾ ਹੈ। ਕਿਉਂਕਿ ਆਪਾਂ ਹਰ ਸਮੇਂ ਕਹਿੰਦੇ ਹਾਂ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ। ਆਪਾਂ ਇਕੱਲਾ ਜਪੀਏ ਨਾ, ਆਪਾਂ ਮਹਿਸੂਸ ਵੀ ਕਰੀਏ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਸਵੀਰ ਜੀ, ਬੇਟੀ ਮਹਿਕਪ੍ਰੀਤ ਵੀ ਤੁਹਾਡੇ ਕੋਲ ਹੈਗੀ ਹੈ ਜੀ? ਹਾਂਜੀ ਜੀ, ਅੱਜ ਬੈਠੇ ਹੋਏ ਹੈ ਜੀ। ਹਾਂ, ਇਸ ਬੱਚੀ ਨੂੰ ਵੀ ਕਹੋ ਜੀ, ਬਹੁਤ ਪਿਆਰੇ ਵਿਚਾਰ ਦਿੰਦੀ ਹੈ। ਇਹਨੂੰ ਵੀ ਕਿਹਾ ਕਰੋ ਕਿ ਜ਼ਰੂਰ ਤਿਆਰੀ ਕਰਕੇ ਜਿਹੜਾ ਸ਼ਬਦ ਅਗਲਾ ਬੋਲਿਆ ਜਾਣਾ ਹੈ, ਉਹਦੇ ਪਰਥਾਏ ਕੋਈ ਨਾ ਕੋਈ ਵਿਚਾਰ ਜ਼ਰੂਰ ਦਿਆ ਕਰੇ। ਇਸ ਬੱਚੀ ਕੋਲ ਬੜਾ ਖਜ਼ਾਨਾ ਹੈ ਜੀ, ਇਹਨੂੰ ਵੀ ਅੱਗੇ ਕਰਿਆ ਕਰੋ ਜ਼ਰੂਰ। ਜ਼ਰੂਰੀ ਜੀ, ਜ਼ਰੂਰੀ ਜੀ। ਵਾਹ ਜੀ, ਬਹੁਤ ਪਿਆਰੀ ਵਿਚਾਰ ਜਸਵੀਰ ਜੀ ਤੁਸੀਂ ਦਿੰਦੇ ਹੋ। ਬਹੁਤ ਧੰਨਵਾਦ ਤੁਹਾਡਾ। ਜਿਹੜੀ ਤੁਸੀਂ ਅੱਜ ਬਖਸ਼ਿਸ਼ ਕੀਤੀ ਹੈ ਨਾ ਇਹ ਜਨਮ ਦੀ, ਉਹ ਸੱਚੇ ਪਾਤਸ਼ਾਹ ਸਾਨੂੰ ਕਿਤੇ ਜੋੜ ਲਏ। ਤੁਸੀਂ ਅਰਦਾਸ ਕਰਨਾ ਸਾਡੀ, ਸਾਰਾ ਪਰਿਵਾਰ, ਕਿਉਂਕਿ ਤੁਹਾਡਾ ਵੀ ਬਹੁਤ ਪਿਆਰ ਨਾਲ ਸੇਵਾ ਕਰਦਾ ਹੈ ਸਾਰੇ ਪਾਸੇ। ਮੈਨੂੰ
ਹੋਰ ਕਲਾਸਾਂ 'ਚ ਵੀ ਬੜੀ ਜਸਵੀਰ ਸਿੰਘ ਹੋਣਾ ਦੀ ਤਾਰੀਫ ਸੁਣਨ ਨੂੰ ਮਿਲਦੀ ਹੈ ਕਿ ਪਰਿਵਾਰ ਬਹੁਤ ਪਿਆਰਾ, ਬਹੁਤ ਪਿਆਰੇ। ਨਹੀਂ ਸੱਚੇ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ। 2010 ਇਹ ਜੀ ਸਾਨੂੰ 2010 ਯਾਦ ਆ ਜਾਂਦਾ ਜਦੋਂ ਅਸੀਂ ਪਹਿਲੀ ਵਾਰੀ ਤੁਹਾਨੂੰ ਅਸੀਂ ਦੁਗਰੀ ਦੇ ਵਿੱਚ ਮਿਲੇ ਸੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਗੁਰੂ ਹੈ ਜੀ, ਸਭ ਗੁਰੂ ਕਰਨ ਵਾਲਾ ਜੀ। ਵਾਹ ਜੀ। ਮੈਂ ਭੈਣ ਜੀ ਦਾ ਹੈਂਡ ਰੇਸ ਸੀ ਜੀ। ਮੈਂ ਹਰਮੀਤ ਭੈਣ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਪੌਟਲਾਈਟ 'ਚ ਰਹਿਣ ਜੀ ਹਮੇਸ਼ਾ ਸਾਡੇ ਕੋਲ। ਆਓ ਜੀ ਹਰਮੀਤ ਭੈਣ ਜੀ। ਵਾਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਵਾਹ ਜੀ ਵਾਹ। ਬੜਾ ਸੁਹਾਵਣਾ ਸਮਾਂ ਜਿਓ। ਜੋ ਨਾਮ ਜਪਣ ਵਾਲਿਆਂ ਦੇ ਦਰਸ਼ਨ ਮਹਾਰਾਜ ਬਖਸ਼ ਰਹੇ ਨੇ, ਧਿਆਏ ਵਿਚਾਰ ਕਰਨ ਵਾਲਿਆਂ ਦੇ ਦਰਸ਼ਨ ਬਖਸ਼ ਰਹੇ ਨੇ। ਵਿਚਾਰ ਚੱਲ ਰਹੀ ਸੀ ਜਿਓ, ਤੇ ਮਨ ਵਿੱਚ ਫੁਰਨਾ ਪਾਇਆ ਸਗੋਂ ਸੱਚੇ ਪਾਤਸ਼ਾਹ ਨੇ ਤੇ ਚੇਤੇ ਕਰਾ ਦਿੱਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਸਰੀਰਕ ਚੋਲੇ 'ਚ ਵਿਚਰ ਰਹੇ ਸਨ ਤਦ ਦੀ ਇੱਕ ਸਾਖੀ ਭਾਈ ਸੁਥਰਾ ਸਾਹਿਬ ਜੀ ਦੀ। ਆਈ ਐਮ ਸ਼ੋਰ ਕਿ ਸਾਰੀ ਸੰਗਤ ਭਾਈ ਸੁਥਰਾ ਸਾਹਿਬ ਜੀ ਦੀ ਇਸ ਸਾਖੀ ਤੋਂ ਵਾਕਫ ਹੈ ਕਿ ਕਿਸ ਤਰ੍ਹਾਂ ਮਹਾਰਾਜ ਨੇ ਉਹਨਾਂ ਨੂੰ ਕਿੱਥੋਂ ਲਿਆ ਕੇ ਤੇ ਸੰਗਤ ਨਾਲ ਆਪਣੀ ਨਜ਼ਰੇ ਰਹਿਮਤ ਨਾਲ ਉਹਨਾਂ ਨੂੰ ਉਤਾਰ ਲਿਆ। ਉਹਨਾਂ ਦੇ ਨਾਲ ਇੱਕ ਸਾਖੀ ਜੁੜੀ ਹੈ ਜੀ ਜੋ ਵਕਤ ਤੇ ਮਨ ਤੇ ਚੋਟਾਂ ਕਰਦੀ ਹੈ, ਪਰ ਮਨ ਐਸਾ ਖੁੱਟਰ ਹੈ ਜਿਹਦਾ ਕੋਈ ਬਸਾਸ ਨਹੀਂ ਹੈ। ਕਿ ਇੱਕ ਵਾਰੀ ਸੰਗਤ ਲੱਗੀ ਹੋਈ ਸੀ, ਦਰਬਾਰ ਸਜਿਆ ਹੋਇਆ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ, ਵਿਚਾਰ ਚੱਲ ਰਹੇ ਸਨ, ਕੀਰਤਨ ਚੱਲ ਰਿਹਾ ਸੀ ਔਰ ਭਾਈ ਸੁਥਰਾ ਸਾਹਿਬ ਪਿੱਠ ਕਰਕੇ ਬੈਠ ਗਏ। ਜਦੋਂ ਭੋਗ ਪਿਆ ਤੇ ਸਿੱਖਾਂ ਨੇ ਕਿਹਾ ਕਿ ਮਹਾਰਾਜ ਦੇਖੋ ਭਾਈ ਸੁਥਰਾ ਸਾਹਿਬ ਨੇ ਅੱਜ ਕੀ ਹਿਮਾਕਤ ਕੀਤੀ ਹੈ ਕਿ ਪਿੱਠ ਕਰਕੇ ਬੈਠ ਗਏ, ਸੰਗਤ ਵੱਲ ਵੀ ਆਪ ਜੀ ਵੱਲ ਵੀ। ਮਹਾਰਾਜ ਨੇ ਕਿਹਾ ਜੀ, ਪੁੱਛਿਆ ਭਾਈ ਸੁਥਰੇ ਨੂੰ, ਭਾਈ ਸੁਥਰਾ ਇਹ ਕੀ ਕਹਿ ਰਹੀ ਹੈ ਸੰਗਤ, ਜਵਾਬ ਦਿਓ ਇਹਨਾਂ ਨੂੰ। ਭਾਈ ਸੁਥਰਾ ਜੀ ਕਹਿੰਦੇ ਨੇ ਮਹਾਰਾਜ ਉਹ ਗੁਰਬਾਣੀ ਦੇ ਉਹ ਥਪੇੜੇ, ਉਹ ਮਾਰ ਪੈ ਰਹੀ ਸੀ, ਉਹ ਚੰਡਾ ਪੈ ਰਹੀਆਂ ਸਨ ਮੇਰੇ ਮੂੰਹ ਤੇ, ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ, ਇਸ ਕਰਕੇ ਮੈਂ ਪਿੱਠ ਕਰਕੇ ਬੈਠ ਗਿਆ। ਤੇ ਮਨ ਵਿੱਚ ਮੈਂ ਆਪਣੇ ਮਨ ਨੂੰ ਲਾਣਤਾਂ ਪਾਉਂਦੀਆਂ ਤੇ ਕਾਰਾਂ ਦੇਣੀਆਂ ਕਿ ਮਨਾ ਰੇ ਮੂੜੇ ਤੂੰ ਹੋਛੇ ਰਸ ਲਪਟਾਏ, ਅੰਮ੍ਰਿਤ ਸੰਗ ਬਸਤ ਹੈ ਤੇਰੇ, ਵਿਖਿਆ ਸਿਉ ਹੋ ਰਚਾਏ। ਮਹਾਰਾਜ ਨੇ ਥਾਂ ਥਾਂ ਤੇ ਪੂਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਇੱਕ ਤੁਕ ਵਿੱਚ ਸਾਨੂੰ ਨਾਮ ਨਾਲ ਜੋੜਨ ਦੀ ਤਾਕੀਦ ਕਰ ਰਹੇ ਨੇ, ਸਮਝਾ ਰਹੇ ਨੇ ਕਿ ਇਹੀ ਤੇਰਾ ਅਵਸਰ, ਇਹੀ ਤੇਰੀ ਬਾਤ, ਘਟ ਭੀਤਰ ਤੂੰ ਦੇਖ ਵਿਚਾਰ। ਅਸੀਂ ਪੜ੍ਹਦੇ ਹਾਂ ਜਿਓ, ਸਤਿਗੁਰੂ ਸੱਚੇ ਪਾਤਸ਼ਾਹ ਰਹਿਮ ਕਰਨ, ਜੋ ਕੋਈ ਗੱਲ ਵਾਕਈ ਹਿਰਦੇ ਚ ਵਸ ਜਾਏ, ਅਰਦਾਸ ਕਰੀਏ ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਕਰ ਕਿਰਪਾ, ਮਨ ਵਸ ਜਿਓ। ਇੱਕ ਅੱਖਰ ਕੋਈ ਵਸ ਜਾਏ ਜੋ ਸਾਡਾ ਜਨਮ ਸਫਲਾ ਹੋ ਜਾਏ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਬੰਨ ਆਵੇ ਜੀ। ਵਾਹਿਗੁਰੂ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਇੱਕ ਜਗ੍ਹਾ ਹੋਰ ਸਮਝਾਉਣਾ ਕਰਦੇ ਹਨ ਕਿ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਜਿਸ ਨੇ ਗੰਧ ਤੋਂ ਤੈਨੂੰ ਪਵਿੱਤਰ ਬਣਾ ਦਿੱਤਾ। ਭਾਈ ਸੁਥਰਾ ਸਾਹਿਬ ਜੀ ਦੀ ਤਰ੍ਹਾਂ ਉਸ ਪਰਮਾਤਮਾ ਨੂੰ ਸਿਮਰਿਆ ਕਰ। ਸਗਲ ਜੋਨ ਮੈਂ ਤੂੰ ਸਿਰ ਧਰਿਆ, ਜਿਸਨੇ ਤੈਨੂੰ ਸਾਰੀਆਂ ਜੂਨੀਆਂ ਉੱਤੇ ਸਰਦਾਰ ਬਣਾ ਦਿੱਤਾ। ਅਬ ਤੂੰ ਸੀਝ ਭਾਵੇਂ ਨਹੀਂ ਸੀਝੈ, ਤੇਰੀ ਮਰਜ਼ੀ ਹੈ। ਤੂੰ ਉਸਦਾ ਸਿਮਰਨ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋ ਚਾਹੇ ਨਾ ਹੋ।
ਕਾਰਜ ਸਵਰੈ ਮਨ ਪ੍ਰਭ ਧਿਆਈ ਜੈ। हे ਮਨ, ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਸਿਮਰਨ ਕੀਤਿਆਂ ਹੀ ਮਨੁੱਖਾ ਜੀਵਨ ਦਾ ਮਨੋਰਥ ਸਫਲ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲ ਚੁੱਕੀ ਖਿਮਾ ਜੀ। ਵਾਹ ਜੀ ਭੈਣ ਜੀ, ਅੱਜ ਬੜੇ ਰੰਗ ਚ ਨੇ ਜੀ, ਬੜੇ ਰੰਗ ਦੀਆਂ ਗੱਲਾਂ ਅੱਜ ਇਹਨਾਂ ਨੇ ਸਾਨੂੰ ਸੁਣਾਈਆਂ ਨੇ ਕਿ ਆਨੰਦ ਆ ਗਿਆ ਜੀ। ਵਾਹ ਜੀ, ਇਹ ਜਨਮ ਵਾਕਈ ਸਾਨੂੰ ਨਹੀਂ ਮਿਲਣਾ ਦੁਬਾਰਾ। ਬਹੁਤ ਪਿਆਰੀ ਵਿਚਾਰ ਭੈਣ ਜੀ ਨੇ ਕੀਤੀ ਕਿ ਹੁਣ ਵੀ ਜੁੜ ਜਾਈਏ, ਹੁਣ ਵੀ ਕਰ ਲਈਏ, ਹਾਲੇ ਵੀ ਮੌਕਾ ਹੈ। ਅਜੂ ਜਾਗ ਕਿਛ ਬਿਗੜਿਓ ਨਾ। ਵਾਹ ਜੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਸਤ ਸੰਗਤੀ ਹਰ ਧਨ ਖੱਟੀ ਹੈ। ਆਓ ਸੰਗਤ ਜੀ ਖੱਟੀ ਕਰ ਲਈਏ ਸਾਰੇ ਜਾਣੇ। ਵਾਹ ਜੀ, ਇਹ ਮਾਨਸ ਜਨਮ ਦੁਰਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹਰਪ੍ਰੀਤ ਭੈਣ ਜੀ ਬਹੁਤ ਪਿਆਰੀ ਵਿਚਾਰ ਦੇ ਰਹੇ ਨੇ ਜੀ। ਸਾਡੇ ਤੇ ਬਖਸ਼ਿਸ਼ ਹੋ ਜਾਏ, ਕਿਤੇ ਸਾਨੂੰ ਸਮਝ ਆ ਜਾਏ ਕਿ ਨਾਮ ਕੀ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਨਾਮ ਤੋਂ ਬਗੈਰ ਸੱਚੇ ਪਾਤਸ਼ਾਹ ਵੀ ਸਾਨੂੰ ਲਾਨਤ ਪਾਉਂਦੇ ਨੇ ਕਿ ਸੇ ਕਾਹੇ ਜਗ ਆਏ ਰਾਮ ਰਾਜ। ਜਿਹੜੇ ਨਾਮ ਨਹੀਂ ਜਪਦੇ, ਕਹਿੰਦੇ ਪਸ਼ੂ ਪ੍ਰੇਤ ਮੁਗਧ ਤੇ ਬੁਰੀ। ਉਹ ਦੇਹੀ ਜਿਹੜੀ ਹੈ ਉਹ ਪਸ਼ੂ ਤੋਂ, ਪ੍ਰੇਤਾਂ ਤੋਂ, ਮੂਰਖਾਂ ਤੋਂ ਬੁਰੀ ਹੈ। ਤੇ ਜਿਹੜੇ ਜਪਦੇ ਨੇ, ਪਾਤਸ਼ਾਹ ਕਹਿੰਦੇ ਨੇ ਉਹ ਮੇਰੇ ਸੰਤ ਨੇ। ਧਨ ਨਾਮਾ ਮਨ ਮਨ ਪੂਰਨ ਸਹੀ ਸੰਤ। ਬੜੀ ਬਖਸ਼ਿਸ਼ ਉਹਦੇ ਤੇ ਕਰਦੇ ਨੇ। ਹਾਂ, ਜਿਹੜੇ ਨਾਮ ਨਹੀਂ ਜਪਦੇ ਪਾਤਸ਼ਾਹ, ਉਹ ਉਹਨਾਂ ਨੂੰ ਬਹੁਤ ਪਿੱਛੇ ਰੱਖਦੇ ਹਨ। ਤੇ ਜਿਹੜੇ ਨਾਮ ਜਪਦੇ ਹਨ ਪਾਤਸ਼ਾਹ ਨੂੰ, ਉਹਨਾਂ ਨੂੰ ਕਹਿੰਦੇ ਹਨ ਕਿ ਇਹ ਮੇਰੇ ਬੱਚੇ ਹਨ। ਹਾਂਜੀ, ਵਾਹ ਜੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸ਼ਰਾਮ। ਸਾਡਾ ਸਾਰਿਆਂ ਦਾ ਮਨ ਬਿਸ਼ਰਾਮ ਚ ਆ ਜਾਂਦਾ ਹੈ। ਨਾਮ ਬਿਨਾ ਨਹੀਂ ਜੀਵਿਆ ਜਾਏ, ਕਹਿੰਦੇ ਸੁਖ ਨਾ ਹੇਰੇ। ਨਾਮ ਤੋਂ ਬਗੈਰ ਸੁੱਖ ਨਹੀਂ ਮਿਲਦਾ, ਕਿਉਂਕਿ ਪਾਤਸ਼ਾਹ ਮੇਰਾ ਸੁੱਖਾਂ ਦਾ ਦਾਤਾ ਹੈ। ਇੱਕ ਗੱਲ ਬੜੇ ਕਮਾਲ ਦੀ ਭਾਈ ਜਸਵੀਰ ਸਿੰਘ ਕਿਆ ਕਰਦੇ ਸਨ ਕਿ ਅਗਰ ਤੇਰਾ ਜਨਮ ਹੋ ਗਿਆ ਹੈ, ਇਹਦਾ ਮਤਲਬ ਤੂੰ ਗਰਭ ਕਾਲ ਦੇ ਵਿੱਚ ਨਾਮ ਜਪ ਕੇ ਬਾਹਰ ਆਇਆ। ਹਾਂ, ਅਗਰ ਤੂੰ ਗਰਭ ਕਾਲ ਚ ਨਾਮ ਨਾ ਜਪਦਾ ਤੇ ਤੇਰਾ ਜਨਮ ਗਲ ਜਾਣਾ ਸੀ। ਤੇ ਜੇ ਅਗਰ ਤੂੰ ਆਪਣੇ ਜੀਵਨ ਕਾਲ ਵਿੱਚ ਨਾਮ ਨਹੀਂ ਜਪੇਗਾ ਤੇ ਤੇਰਾ ਜੀਵਨ ਗਲ ਜਾਏਗਾ। ਇਹ ਜਿਹੜੀ ਮਿੱਟੀ ਹੈ ਇਹਨੂੰ ਖੌਰ ਲੱਗ ਜਾਏਗੀ, ਕੀੜਾ ਲੱਗ ਜਾਏਗਾ। ਬਸ ਇੱਕੋ ਹੀ ਦਵਾਈ ਹੈ। ਜਿਵੇਂ ਆਪਾਂ ਸਾਨੂੰ ਅਗਰ ਸਿਉਂਕ ਲੱਗ ਜਾਂਦੀ ਹੈ ਲੱਕੜ ਨੂੰ, ਤਾਂ ਅਸੀਂ ਦਵਾਈ ਨਾਲ ਉਹਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਾਡੇ ਅਗਰ ਜੀਵਨ ਨੂੰ ਵਿਕਾਰਾਂ ਦਾ ਖੌਰਾ ਲੱਗਦਾ ਤੇ ਮੈਨੂੰ ਲੱਗਦਾ ਹੈ ਉਹ ਰਾਮ ਧਨ ਸਿੰਚਨ ਵਾਲੀ ਗੱਲ ਹੈ। ਸੱਚ ਸਾ ਭਗਵੰਤ। ਵਾਹ ਜੀ, ਅਮਰਜੀਤ ਭੈਣ ਜੀ ਵਿਚਾਰ ਦੇ ਰਹੇ ਨੇ ਜੀ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਤੇ ਮੈਨੂੰ ਲੱਗਦਾ ਹੈ ਸਤ ਸੰਗਤ ਸਭ ਤੋਂ ਵੱਡੀ ਕਲਾਸ ਹੈ, ਸਭ ਤੋਂ ਵੱਡੀ ਕਹਿੰਦੇ ਜਗਮਗ ਨੂਰ ਹੈ, ਜਿੱਥੇ ਅਸੀਂ ਹਰ ਗੁਣ ਸਿੱਖਦੇ ਹਾਂ। ਸਭ ਤੋਂ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਕਿਹਾ ਕਰਦੇ ਸਨ ਕਿ ਸਾਡੀ ਕੌਨਸਟੀਟਿਊਸ਼ਨ ਹੈ ਇਹ ਸੰਗਤ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦੇ ਸਾਰੇ ਫੈਸਲੇ, ਇੰਪੋਰਟੈਂਟ ਫੈਸਲੇ ਕਰਦੇ ਹਾਂ। ਵਾਹ ਜੀ, ਸਰਬ ਰੋਗ ਕਾ ਔਖਦ ਨਾਮ। ਤੇ ਜਿਹੜਾ ਨਾਮ ਹੈ ਸਾਡੇ ਸਾਰੇ ਸਰੀਰਕ ਵੀ, ਮਾਨਸਿਕ ਵੀ ਤੇ ਅਧਿਆਤਮਕ ਸਾਰੇ ਰੋਗਾਂ ਦੀ ਦਵਾਈ ਹੈ। ਮੈਂ ਇੱਥੇ ਇੱਕ ਗੱਲ ਸਾਰਿਆਂ ਨੂੰ ਬੜੀ ਵਧੀਆ ਬੇਨਤੀ ਕਰਾਂਗਾ। ਇੱਕ ਦਿਨ ਸਰਬਜੀਤ ਵੀਰ ਜੀ ਕਹਿ ਰਹੇ ਸਨ ਕਿ ਪਰਮਾਤਮਾ ਜਿਹੜਾ ਉਹ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ। ਦੁੱਖ ਹਮੇਸ਼ਾ ਹੀ ਸਾਨੂੰ, ਵੈਸੇ ਤਾਂ ਉਹ ਕਹਿੰਦੇ ਸਨ ਕਿ ਲੋਕ ਵੀ, ਭੈਣ ਭਰਾ ਵੀ, ਰਿਸ਼ਤੇਦਾਰ ਵੀ ਸਾਨੂੰ ਦੁੱਖ ਦਿੰਦੇ ਹਨ ਤੇ ਅਸੀਂ ਆਪਣੇ ਆਪ ਨੂੰ ਵੀ ਦੁੱਖ ਦਿੰਦੇ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਹੀ ਹਾਂ ਜਿਹੜੇ ਆਪਣੇ ਆਪ ਨੂੰ ਸੁੱਖ ਦੇ ਸਕਦੇ ਹਾਂ, ਤੇ ਅਸੀਂ ਹੀ ਹਾਂ ਕਿ ਆਪਣੇ ਆਪ ਨੂੰ ਦੁੱਖ ਦੇ ਸਕਦੇ ਹਾਂ। ਅਗਰ ਅਸੀਂ ਜਿਵੇਂ ਮਨਦੀਪ ਕੌਰ ਬੇਟੀ ਨੇ ਕਿਹਾ ਕਿ ਜਦੋਂ ਅਸੀਂ ਆਪਣਾ ਸਿਮਰਨ ਭਗਤੀ ਨਿਤਨੇਮ ਛੱਡ ਦਿਆਂਗੇ, ਉਦੋਂ ਸਾਨੂੰ ਇਹ ਸਾਰੇ ਰੋਗ ਚਿਮੜਨਗੇ। ਕਿਉਂਕਿ ਪਾਤਸ਼ਾਹ ਬਾਣੀ 'ਚ ਬੜਾ ਵਧੀਆ ਇੱਕ ਫਰਮਾਨ ਹੈ ਜੀ। ਸਾਰੇ ਆਪਣੇ ਆਪਣੇ ਗੁਰੂ ਗਿਆਨ ਗੋਲਕ ਵਿੱਚ ਵੀ ਲਿਖਣਾ ਜੀ,
ਤੇ ਚੈਟ ਵਿੱਚ ਵੀ ਲਿਖਣਾ ਕਿ ਮਹਾ ਆਨੰਦ ਗੁਰ ਸ਼ਬਦ ਵਿਚਾਰ। ਸ਼ਬਦ ਵਿਚਾਰ ਦੇ ਬਹੁਤ ਸਾਰੇ ਫਰਮਾਨ ਗੁਰੂ ਗ੍ਰੰਥ ਸਾਹਿਬ 'ਚ ਦਰਜ ਹਨ। ਜਦੋਂ ਅਸੀਂ ਮਹਾ ਆਨੰਦ ਦੀ ਗੱਲ ਕਰਦੇ ਹਾਂ ਫਿਰ ਸਾਰੇ ਰੋਗ ਵੀ ਮਿਟ ਜਾਂਦੇ ਨੇ, ਸਾਰੀਆਂ ਤਕਲੀਫਾਂ ਵੀ ਮਿਟ ਜਾਂਦੀਆਂ ਨੇ, ਵਿਕਾਰ ਵੀ ਦੂਰ ਹੋ ਜਾਂਦੇ ਨੇ। ਤੇ ਜਦੋਂ ਵਿਚਾਰ ਹਮੇਸ਼ਾ ਸਾਡੇ ਅੰਦਰ ਚੱਲਣ ਲੱਗਦੀ ਹੈ, ਜਦੋਂ ਵੀ ਅਸੀਂ ਪਾਠ ਕਰਦੇ ਹਾਂ ਜਾਂ ਨਾ ਵੀ ਕਰਦੇ ਹੋਈਏ, ਜਦੋਂ ਅਸੀਂ ਵਾਹ ਜੀ ਧੰਨਵਾਦ ਜੀ, ਜਦੋਂ ਅਸੀਂ ਨਾ ਵੀ ਕਰਦੇ ਹੋਈਏ ਤਾਂ ਵੀ ਅਸੀਂ ਉਸ ਵਿਚਾਰ 'ਚ, ਉਸ ਆਨੰਦ 'ਚ ਰਹਿੰਦੇ ਹਾਂ। ਔਰ ਸਾਡੇ ਜੀਵਨ ਦਾ ਪ੍ਰਯੋਜਨ ਹੀ ਹਮੇਸ਼ਾ ਆਨੰਦ ਵਿੱਚ ਰਹਿਣਾ ਹੈ। ਮੈਂ ਬੇਨਤੀ ਕਰਾਂਗਾ ਪਰਵਿੰਦਰ ਵੀਰ ਜੀ ਨੂੰ ਕਿ ਅਗਲੀ ਵਿਚਾਰ ਚਲਾਈਏ, ਜਾਂ ਕਿਉਂਕਿ ਇੱਥੇ ਬਾਕੀ ਸ਼ਲੋਕਾਂ ਦੀ ਸਮਾਪਤੀ ਹੈ। ਪਹਿਲਾਂ ਅਸੀਂ 1 ਤੋਂ 40 ਤੱਕ ਸਾਰੇ ਵਿਚਾਰੇ ਸਨ। ਦੁਬਾਰਾ ਕੀ ਸੰਗਤ ਸਾਨੂੰ ਆਗਿਆ ਦਿੰਦੀ ਹੈ ਕਿ ਅਸੀਂ 41 ਤੋਂ ਲੈ ਕੇ 70 ਤੱਕ ਦੁਬਾਰਾ ਵਿਚਾਰੀਏ ਇਹਨੂੰ, ਜਾਂ ਅੱਗੇ 71 ਤੋਂ ਸ਼ੁਰੂ ਕਰੀਏ ਜੀ? ਵਾਹ ਜੀ। ਜਨਮ ਜਨਮ ਮਰਨ ਕੀ ਮਲ ਕੱਟੀਏ, ਗੁਰ ਦਰਸ਼ਨ ਦੇਖ ਨਿਹਾਲ। ਵਾਹ ਜੀ। ਨਿਹਾਲ ਹੋਣਾ ਹੀ ਸਾਡੀ ਜ਼ਿੰਦਗੀ ਦਾ ਪ੍ਰਯੋਜਨ ਹੈ, ਆਨੰਦ 'ਚ ਰਹਿਣਾ। ਹਾਂ, ਸਾਡੇ ਸਾਹਮਣੇ ਜਿਵੇਂ ਮਨਦੀਪ ਬੇਟੀ ਨੇ ਕਿਹਾ ਕਿ ਮੈਨੂੰ ਇੰਨੀਆਂ ਬਾਣੀਆਂ ਯਾਦ ਨੇ, ਇਹਦਾ ਮਤਲਬ ਇਹਨਾਂ ਦੇ ਸਾਹਮਣੇ ਹਮੇਸ਼ਾ ਗੁਰੂ ਆਪ ਰਹਿੰਦਾ ਹੈ, ਗੁਰੂ ਆਪ ਇਹਨਾਂ ਨੂੰ ਦਰਸ਼ਨ ਦਿੰਦਾ ਰਹਿੰਦਾ ਹੈ। ਵਾਹ ਜੀ। ਕਿਉਂਕਿ ਸੁਖਮਨੀ ਸਾਹਿਬ ਦਾ ਬੜਾ ਵਧੀਆ ਫਰਮਾਨ ਹੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨਸੰਗ ਮੋਹੇ ਉਦਾਰੋ। ਵਾਹ ਜੀ। ਕਿ ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਘ ਹੈ, ਜਿਨ੍ਹਾਂ ਨੂੰ ਬਾਣੀ ਹਮੇਸ਼ਾ ਪੜ੍ਹਨ ਦੀ, ਵਿਚਾਰਨ ਦੀ ਤਾਂਘ ਹੈ, ਕਿ ਹੈ ਗੁਰਸਿੱਖੋ ਸਾਰੀ ਸੰਗਤ ਜੀ, ਮੈਨੂੰ ਵੀ ਆਪਣੇ ਨਾਲ ਲਾ ਕੇ, ਮੈਨੂੰ ਮੇਰੇ ਵਰਗੇ ਕੀੜੇ ਨੂੰ ਵੀ ਨਾਲ ਤਾਰ ਲੈਣਾ। ਵਾਹ ਜੀ। ਬਹੁਤ ਪਿਆਰੀ ਵਿਚਾਰ ਸਾਰੀ ਆ ਰਹੀ ਹੈ ਜੀ। ਕਹਿੰਦੇ ਜੀ 1 ਤੋਂ ਹੀ ਸਟਾਰਟ ਕਰ ਦਿਓ ਪਲੀਜ਼। 40 ਤੋਂ 70 ਦੀ ਵੀ ਸੰਗਤ ਕਹਿ ਰਹੀ ਹੈ ਜੀ। ਪਰਵਿੰਦਰ ਜੀ ਨੂੰ ਬੇਨਤੀ ਕਰਾਂਗਾ, ਉਹ ਕਿਸ ਤਰ੍ਹਾਂ ਕਹਿੰਦੇ ਨੇ ਜੀ? ਹਾਂਜੀ ਪਰਵਿੰਦਰ ਵੀਰ ਜੀ ਕਹਿੰਦੇ ਜੀ 40 ਤੋਂ 70 ਕਰ ਦਿਓ ਜੀ, ਫਿਰ ਦੁਬਾਰਾ ਵਿਚਾਰ 41 ਤੋਂ 70। ਕਿਸ ਤਰ੍ਹਾਂ ਪਰਵਿੰਦਰ ਵੀਰ ਜੀ? ਆਓ ਜੀ, ਵਿਚਾਰ ਵੀ ਕਰੋ ਥੋੜੀ ਤੇ ਸਾਨੂੰ ਕਰੋ ਜੀ, ਅੱਗੇ ਗਾਈਡ ਵੀ ਕਰੋ। ਜੀ ਜਿਸ ਤਰ੍ਹਾਂ ਸੰਗਤ ਦਾ ਵਿਚਾਰ ਹੈ, ਰਿਵੀਜ਼ਨ ਜਿਹੜੀ ਹੋਣੀ ਚਾਹੀਦੀ ਹੈ ਜੀ, ਕਿਉਂਕਿ ਮਨ ਜਿਹੜਾ ਹੈ ਬੜਾ ਚਲਾਕ ਹੈ। ਤੇ ਸ਼ਬਦ ਨੂੰ ਅਸੀਂ ਦੁਬਾਰਾ 30 ਸ਼ਲੋਕ ਜਿਹੜੇ ਹਨ ਇਹਨਾਂ ਵਿੱਚੋਂ ਸੰਖੇਪ ਵਿਚਾਰ ਅਸੀਂ ਜਿਸ ਤਰ੍ਹਾਂ ਪਹਿਲਾਂ ਕੀਤੀ ਸੀ, ਜੀ ਹਰਮੀਤ ਜੀ ਨੇ ਕਰਵਾਈ ਸੀ, ਤੇ ਇੱਕ ਵਾਰ ਜ਼ਰੂਰ ਕਰਨੀ ਚਾਹੀਦੀ ਹੈ ਜੀ, ਤਾਂ ਜੋ ਸਾਨੂੰ ਫਿਰ ਜੋ ਹੈ ਇਹਨਾਂ ਸ਼ਬਦਾਂ ਦੇ ਤੱਤ ਮਿਲ ਸਕਣ। ਤੇ ਸੰਖੇਪ ਰੂਪ ਜ਼ਰੂਰ ਕਰੀਏ। ਤੇ ਬਾਕੀ ਬੇਨਤੀ ਹੈ ਜੀ, ਇਸ ਸ਼ਲੋਕ ਦੇ ਵਿੱਚ ਵਾਰ-ਵਾਰ ਮੇਰਾ ਧਿਆਨ ਅਟਕਿਆ ਹੋਇਆ ਹੈ ਵੀ ਜਿਹੜਾ ਕਬੀਰ ਜੀ ਨੇ ਲਿਖਿਆ ਹੈ, ਬਚਨ ਉਚਾਰਿਆ ਹੈ, ਕਬੀਰ ਰਾਮ ਨਾ ਧਿਆਇਓ। ਇੱਥੇ ਜਿਹੜਾ ਮਨ ਰੁਕ ਗਿਆ ਹੈ, ਰਾਮ ਨਾ ਧਿਆਇਓ। ਆਪਣੇ ਮਨ ਅੰਦਰ ਇਹ ਵਿਚਾਰ ਚੱਲ ਰਹੀ ਹੈ ਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕੀ ਕਿਤੇ ਕੋਈ ਹੋਰ ਗੱਲ ਵੀ ਰਾਮ ਦਾ ਨਾਮ ਸਿਮਰਨ ਛੱਡ ਕੇ ਕੋਈ ਹੋਰ ਕੰਮ ਕਰਨ ਨੂੰ ਵੀ ਕਿਹਾ ਹੈ? ਜਿੱਥੇ ਇੰਨਾ ਜ਼ਰੂਰੀ ਹੈ ਵੀ ਰਾਮ ਦਾ ਸਿਮਰਨ ਕੀ ਇੰਨਾ ਜ਼ਰੂਰੀ ਹੈ ਆਪਣੇ ਜੀਵਨ ਵਾਸਤੇ? ਸਾਰੇ ਜਿੱਥੇ ਤੱਕ ਨਿਗਾਹ ਪੈਂਦੀ ਹੈ, ਧਿਆਨ ਟੁੱਟਦਾ ਹੈ, ਮੈਨੂੰ ਲੱਗਦਾ ਹੈ ਕਿਤੇ ਸਾਰੀ ਬਾਣੀ ਦੇ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਵੀ ਦੁਨਿਆਵੀ ਮੱਲਾਂ ਮਾਰਨੀਆਂ ਹਨ, ਪ੍ਰਾਪਰਟੀ ਇਕੱਠੀ ਕਰਨੀ ਹੈ, ਅਸੀਂ ਹੋਰ ਜਿਹੜਾ ਹੈ ਅਸੀਂ ਮਾਇਆ ਧਨ ਇਕੱਠਾ ਕਰਨਾ ਹੈ। ਸਾਰੀ ਗੁਰਬਾਣੀ ਦਾ ਜ਼ੋਰ ਰਾਮ ਦਾ ਸਿਮਰਨ ਚੇਤਾ ਕਰਾਉਣ ਵਾਸਤੇ ਹੈ। ਮਨ ਰਾਮ ਸਿਮਰ ਪਛਤਾਹੇਗਾ, ਪਾਪੀ ਜੀਰਾ ਲੋਭ ਕਰਤ ਹੈ, ਆਜ ਕਾਲ ਜਾਹੇਗਾ। ਕਿੰਨੀ ਚੇਤਾਵਨੀ ਦਿੱਤੀ ਹੈ, ਪਛਤਾਵਾ ਹੋਏਗਾ ਜੇ ਅਸੀਂ ਰਾਮ ਦਾ ਸਿਮਰਨ ਛੱਡ ਦੇਵਾਂਗੇ, ਪਰਮਾਤਮਾ ਦਾ ਸਿਮਰਨ ਛੱਡ ਦੇਵਾਂਗੇ। ਮੈਨੂੰ ਲੱਗਦਾ ਹੈ ਅਸੀਂ ਦੇਖੀਏ ਸਾਡਾ ਸੁਭਾਅ, ਮਨੁੱਖੀ ਸੁਭਾਅ ਜੋ ਹੈ ਬਹੁਤਿਆਂ ਦਾ ਸਾਡਾ ਇਹੀ ਹੁੰਦਾ ਹੈ। ਅਸੀਂ ਅੱਜ ਦੇ ਦਿਨ ਦੀ ਉਦਾਹਰਨ ਲਈਏ, ਅੱਜ ਸਾਰਾ ਦਿਨ ਸਾਡੇ ਮਨ ਵਿੱਚ ਕੁਝ ਨਾ ਕੁਝ ਤਿਆਰੀ ਕੀਤੀ ਹੋਈ ਹੈ ਵੀ ਅੱਜ ਸਾਰੀ ਦਿਹਾੜੀ ਦੇ ਵਿੱਚ ਅਸੀਂ ਆਹ ਕੰਮ ਕਰਨੇ ਹਨ, ਇੱਥੇ ਜ਼ੋਰ ਮਾਰਨਾ ਹੈ। ਅਸਲ ਵਿੱਚ
ਉਹਨਾਂ ਪਿੱਛੇ ਸਾਡਾ ਅਸਲ ਭੱਜ ਦੌੜ ਸਾਰੀ ਮਾਇਆ ਦੀ ਹੈ। ਜੇ ਦੇਖਿਆ ਜਾਵੇ ਤਾਂ ਧਨ ਕਮਾਉਣ ਦੀ ਦੌੜ ਹੈ, ਮਾਇਆ ਕਮਾਉਣ ਦੀ ਦੌੜ ਹੈ। ਪਰ ਬਾਣੀ ਕਹਿੰਦੀ ਆ ਮਾਇਆ ਕਾਰਨ ਧਾਵ ਹੀ ਮੂਰਖ ਲੋਕ ਆ। ਜਾਂ ਮਾਇਆ ਕਮਾਉਣੀ ਹੈ ਪਰ ਉਹਦੇ ਵਿੱਚ ਉਹ ਨਾਮ ਦਾ ਸਿਮਰਨ ਜਿਹੜਾ ਹੈ, ਪਰਮਾਤਮਾ ਰਾਮ ਦਾ ਸਿਮਰਨ ਜਿਹੜਾ ਹੈ, ਉਹ ਮਾਈਨਸ ਨਹੀਂ ਹੋਣਾ ਚਾਹੀਦਾ। ਕਾਚਾ ਧਨ ਸੰਚੈ ਮੂਰਖ ਗਾਵਾਰ, ਮਨ ਮੁਖ ਭੁੱਲੈ ਅੰਧ ਗਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਰਾਮ ਨਾ ਧਿਆਇਓ ਜਿਹੜਾ ਹੈ, ਇਹ ਬੜੀ ਵਿਚਾਰਨ ਵਾਲੀ ਗੱਲ ਹੈ, ਕਿਉਂਕਿ ਇਹ ਸਾਡਾ ਆਟੋ ਮੋਡ ਦੇ ਉੱਤੇ ਹੈ। ਸਾਡੇ ਫੁਰਨੇ ਮਾਇਆ ਵਾਲੇ ਬਣ ਜਾਂਦੇ ਹਨ। ਮਾਇਆ ਦੀ ਭੱਜ ਦੌੜ ਵਾਸਤੇ ਅਸੀਂ ਅੱਜ ਮਿਹਨਤ ਕਰਨੀ ਹੈ, ਅਸੀਂ ਆਪਣਾ ਪ੍ਰੋਫੈਸ਼ਨ ਚਮਕਾਉਣ ਵਾਸਤੇ ਭੱਜ ਦੌੜ ਕਰਨੀ ਹੈ, ਅਸੀਂ ਪਰਿਵਾਰ ਵਾਸਤੇ ਭੱਜ ਦੌੜ ਕਰਨੀ ਹੈ, ਅਸੀਂ ਸਰੀਰ ਵਾਸਤੇ ਭੱਜ ਦੌੜ ਕਰਨੀ ਹੈ। ਪਰ ਜਿਹੜਾ ਜੀਵਨ ਦਾ ਅਸਲ ਮਨੋਰਥ ਹੈ, ਰਾਮ ਨਾ ਧਿਆਇਓ, ਜਿਹੜਾ ਸਾਡੀ ਪ੍ਰਾਇਰਟੀ ਹੈ, ਉਹ ਕਿਉਂਕਿ ਸਾਡੇ ਉਹ ਮਾਇਆ ਦੀ ਦੌੜ ਸਾਡੀ ਆਟੋ ਮੋਡ ਦੇ ਉੱਤੇ ਹੈ, ਤੇ ਜਿਹੜਾ ਰਾਮ ਦਾ ਸਿਮਰਨ ਜਿਹੜਾ ਹੈ ਉਹ ਅਸੀਂ ਖੁੰਝਾ ਦਿੰਦੇ ਹਾਂ ਇਸ ਭੱਜ ਦੌੜ ਦੇ ਵਿੱਚ। ਇਸੇ ਕਰਕੇ ਸਾਰੀ ਬਾਣੀ ਦਾ ਜ਼ੋਰ ਮੈਨੂੰ ਲੱਗਦਾ ਹੈ ਪਰਮਾਤਮਾ ਦੇ ਨਾਮ ਨੂੰ ਚੇਤਾ ਰੱਖਣ ਵਾਸਤੇ, ਉਹਦੇ ਨਾਲ ਜੁੜ ਕੇ ਹਰ ਕੰਮ ਕਾਰਜ ਕੀਤਾ ਜਾਵੇ। ਸੋ ਇਹੀ ਜਿਹੜਾ ਮੈਨੂੰ ਲੱਗਦਾ ਹੈ ਸਾਰਾ ਬਾਣੀ ਦਾ ਜ਼ੋਰ ਹੈ। ਤੇ ਅਸੀਂ ਅਰਦਾਸ ਕਰੀਏ, ਹੋਏਗਾ ਜੀ ਅਰਦਾਸ ਨਾਲ, ਬਖਸ਼ਿਸ਼ ਨਾਲ, ਅਰਦਾਸ ਨਾਲ ਹੀ ਇਹ ਸਾਰਾ ਅਸੀਂ ਕਰ ਸਕਦੇ ਹਾਂ ਜੀ। ਬਾਕੀ ਸ਼ਲੋਕ ਜ਼ਰੂਰ ਰਿਵੀਜ਼ਨ ਜਿਹੜੀ ਹੈ ਅਸੀਂ ਜ਼ਰੂਰ ਕਰੀਏ ਜੀ, ਕਿਉਂਕਿ ਅੱਜ ਸ਼ਬਦ ਪੜ੍ਹਦੇ ਹਾਂ ਤੇ ਸੰਗਤ ਵਿੱਚ ਤਾਂ ਜਿਸ ਤਰ੍ਹਾਂ ਉਹ ਮੈਨੂੰ ਲੱਗਦਾ ਹੈ, ਮੇਰਾ ਸੁਭਾਅ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸੱਪ ਦੇਖਦੇ ਆ ਨਾ ਆਪਾਂ, ਜਦੋਂ ਸੱਪ ਜਿਹੜਾ ਆਪਣੀ ਚਾਲ ਚੱਲਦਾ ਹੈ, ਪਰ ਜਦੋਂ ਬੀਨ ਵੱਜਦੀ ਹੈ, ਉਹ ਸਪੇਰਾ ਜਿਹੜਾ ਹੈ ਬੀਨ ਵਜਾਉਂਦਾ ਹੈ ਤੇ ਉਹਦਾ ਧਿਆਨ ਉਧਰ ਬੀਨ ਦੇ ਸੰਗੀਤ ਵੱਲ ਆ ਜਾਂਦਾ ਹੈ ਤੇ ਉਹ ਉਹਦੇ ਕਰਕੇ ਫਸ ਜਾਂਦਾ ਹੈ। ਇਹ ਮਨ ਦੀ ਹਾਲਤ ਵੀ ਮੈਨੂੰ ਲੱਗਦਾ ਮੇਰੇ ਇਸੇ ਤਰ੍ਹਾਂ ਦੀ, ਜਦੋਂ ਤੱਕ ਸ਼ਬਦ ਚੱਲਦਾ ਹੈ ਮਨ ਜਿਹੜਾ ਹੈ ਵਿਚਾਰ ਕਰਦਾ ਹੈ, ਮਨ ਜਿਹੜਾ ਮਤਲਬ ਕਥਨ ਦੇ ਵਿੱਚ ਆ ਜਾਂਦਾ ਹੈ, ਉਸਤਤ ਵਿੱਚ ਆ ਜਾਂਦਾ ਹੈ। ਪਰ ਜਿਸ ਦਿਨ ਜਦੋਂ ਅਸੀਂ ਸ਼ਬਦ ਨੂੰ ਵਿਸਾਰਦੇ ਹਾਂ, ਅਸੀਂ ਜਿਹੜਾ ਹੈ ਸਾਡਾ ਮਨ ਫਿਰ ਜਿਹੜਾ ਹੈ ਉਹ ਭਟਕ ਜਾਂਦਾ ਹੈ। ਸੋ ਜਿੰਨਾ ਵੱਧ ਤੋਂ ਵੱਧ ਅਸੀਂ ਵਿਚਾਰ ਸਕੀਏ ਜੀ ਉਹ ਜ਼ਰੂਰੀ ਹੈ। ਸੰਗਤ ਦੀ ਡਿਮਾਂਡ ਆ ਰਹੀ, ਜਸਪਾਲ ਸਿੰਘ ਜੀ ਪਿੰਕੀ, ਉਹਨਾਂ ਨੂੰ ਬੇਨਤੀ ਹੈ ਜੀ ਆਪਣੇ ਆਪ ਨੂੰ ਅਨਮਿਊਟ ਕਰੋ ਜੀ, ਵੀਡੀਓ ਆਨ ਕਰੋ। ਸੰਗਤ ਕਹਿੰਦੀ ਹੈ ਜੀ ਜਸਪਾਲ ਸਿੰਘ ਵੀਰ ਜੀ ਵੀ ਆ ਕੇ ਵਿਚਾਰ ਕਰਨ ਜੀ। ਆਓ ਜੀ ਜਸਪਾਲ ਸਿੰਘ ਜੀ। ਦੇਖੋ ਮੇਰੀ ਨਿੱਜੀ ਸੰਗਤ ਦੀ ਡਿਮਾਂਡ ਹੈ ਜੀ, ਅਨਮਿਊਟ ਕਰੋ ਜੀ, ਅਨਮਿਊਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ। ਆਓ ਜੀ। ਆਹਾ ਵਾਹਿਗੁਰੂ ਜੀ। ਵੀਰ ਜੀ ਮੈਂ ਜਦੋਂ ਵਿਚਾਰ ਕਰ ਰਹੇ ਸੀ ਤੁਸੀਂ ਪ੍ਰਵਿੰਦਰ ਜੀ, ਤਾਂ ਮੈਂ ਸਾਡੀ ਜਦੋਂ ਸਾਡੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਮੁੱਖ ਵਿਚਾਰਧਾਰਾ ਸਾਰੀ ਫੋਕਸਡ ਹੀ ਸਿਰਫ ਨਾਮ ਸਿਮਰਨ ਤੇ ਹੈ। ਸੋ ਬੇਸਿਕ ਨਿਸ਼ਾਨਾ ਇਹ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਭਗਤਾਂ ਦੀ, ਕਿ ਜਿਹੜਾ ਸਾਡਾ ਇਹ ਜੀਵਨ ਹੈ ਨਾ, ਵਾਕਈ ਇਹ ਬਹੁਤ ਬਹੁਤ ਅਨਮੋਲ ਹੈ। ਉਹ ਕਹਿੰਦੇ ਮੈਂ ਗੁਰਬਾਣੀ ਇਸ ਦੁਨੀਆ ਵਿੱਚ ਤੇਰੀ ਸਿੱਖਦਾ, ਤੈਨੂੰ ਇਹ ਜਿਹੜਾ ਦੁਨੀਆ ਦਾ ਤੈਨੂੰ ਮਾਲਕ ਰਾਜਾ ਬਣਾ ਕੇ ਭੇਜਿਆ ਰੱਬ ਨੇ। ਵੀ ਤੁਸੀਂ ਇਸ ਕੰਟੈਕਸਟ ਦੇਖੋ, ਵੀ ਅਸੀਂ ਕਹੀਏ ਤੁਹਾਨੂੰ ਜੀ ਅਸੀਂ ਲੁਧਿਆਣੇ ਦਾ ਡੀਸੀ ਤੇਰੇ ਤੋਂ ਬੜੀਆਂ ਉਮੀਦਾਂ ਨੇ। ਸੋ ਮੈਂ ਸਮਝਦਾ ਜਿਹੜਾ ਇਹ ਮਨੁੱਖੀ ਜੀਵਨ ਹੈ, ਇਹ ਜਦੋਂ ਇਸ ਧਰਤੀ ਤੇ ਆਇਆ ਹੈ, ਇਹਨਾਂ ਨੂੰ ਇੱਕ ਦੇਖੋ ਸਾਰੇ ਜੀਵ ਜੰਤ, ਅਸੀਂ ਕਹਿੰਦੇ ਹਾਂ, ਕੋਈ ਕਹਿੰਦਾ 36 ਲੱਖ ਦੇਵੀ ਦੇਵਤੇ ਹਨ, ਕੋਈ ਕਹਿੰਦਾ 24 ਲੱਖ 84 ਲੱਖ ਜੂਨ ਹੈ। ਇਹਦਾ ਮਤਲਬ ਦੇ ਆਰ ਆਲ ਸਬਸਰਵੀਐਂਟ ਟੂ ਅਸ। ਰੱਬ ਨੇ ਦੇਖੋ, ਮੈਂ ਕਈ ਵਾਰੀ ਮੈਂ ਸੋਚਦਾ ਰੱਬ ਨੇ, ਅਸੀਂ ਕਿਸੇ ਨੂੰ ਚਾਹ ਪਾਣੀ ਤੇ ਬੁਲਾਣਾ ਸੀ, ਕਹਿੰਦੇ 2-3 ਚੀਜ਼ਾਂ ਜਿਹੜੇ ਇਕੱਠੋ ਜ਼ਰੂਰ ਰੱਖੀਏ ਚਾਹ ਦੇ ਅੱਗੇ, ਪਰ ਗੁਰੂ ਮਹਾਰਾਜ ਨੇ ਦੇਖੋ ਕਿਆ ਕੋਈ ਅੰਤ ਹੀ ਨਹੀਂ ਕਿਸੇ ਚੀਜ਼ ਦਾ। ਤੁਸੀਂ ਜੇ ਕੋਈ ਖੋਜਣ ਲੱਗੋ ਤਾਂ ਨਹੀਂ ਅੰਤ, ਖਾਣ ਲੱਗੋ ਤਾਂ ਨਹੀਂ ਅੰਤ, ਕੋਈ ਪੜ੍ਹਨ ਲੱਗੋ ਤਾਂ ਨਹੀਂ ਅੰਤ। ਸੋ ਪਹਿਲੀ ਗੱਲ ਤੇ ਇਹ ਧਾਰ ਕੇ ਚੱਲਣਾ ਪਏਗਾ ਕਿ ਜਿਵੇਂ ਹੁੰਦਾ ਨਾ ਵੀ ਲੈ ਵੀ ਤੁਹਾਨੂੰ ਰੱਬ ਨੇ ਤੈਨੂੰ ਧਰਤੀ ਤੇ ਭੇਜਿਆ, ਬੇਸਿਕਲੀ ਉਹਨੇ ਤੁਹਾਨੂੰ ਇਸ ਸਾਰੇ ਬ੍ਰਹਿਮੰਡ ਦਾ ਇੱਕ ਰਾਜਾ ਬਣਾ ਕੇ ਭੇਜਿਆ ਜੀਵਨ ਦੇ ਕੇ, ਵੀ ਤੂੰ ਨਾਮ ਜਪ ਕੁਝ ਜੀਵਨ ਇਹਨੂੰ ਲੱਭ ਹੈ ਕੀ ਚੀਜ਼ ਹੈ।
ਇਹ ਸ਼ਕਤੀ ਕੀ ਹੈ ਜਿਹਨੇ ਸਾਰਾ ਬ੍ਰਹਿਮੰਡ ਬਣਾਇਆ। ਪਰ ਫਿਰ ਇਹ ਸਾਰੀ ਗੱਲਾਂ ਸੋਚ ਕੇ ਜਿਹੜੇ ਸਾਨੂੰ ਸਾਰੇ ਬਾਰ-ਬਾਰ ਵਾਰਨ ਕੀਤਾ ਜਾਂਦਾ ਹੈ ਕਿ ਜਿਹੜੇ ਚੋਰ 5 ਚੋਰ ਹੈਗੇ ਨੇ, ਤੂੰ ਛੋਟੀ ਦੇਰ ਲਈ ਟਾਈਮਲੀ ਇਹ ਲਸਟ ਦੇ ਵਿੱਚ ਡੁੱਬਣਾ ਨਹੀਂ। ਤੇ ਫਿਰ ਜਦੋਂ ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਆ ਨਾਲ, ਹੁਣ ਮੈਂ ਜਦੋਂ ਤੁਸੀਂ ਵਿਚਾਰ ਕਰ ਰਹੇ ਸੀ, ਮੈਂ ਕਿਹਾ ਰੋਜ਼ ਸੁਖਮਨੀ ਸਾਹਿਬ ਪੜ੍ਹੀ ਦੇ ਤੇ ਗੱਲ ਅੱਜ ਦੇ ਹਾਲਾਤਾਂ ਵਿੱਚ ਜੋ ਪੁਰਾਣੇ ਇਤਿਹਾਸ ਤੋਂ ਦੇਖ ਕੇ ਜਿਸ ਤਰ੍ਹਾਂ ਦੇ ਹਾਲਾਤ ਅਸੀਂ ਦੇਖ ਰਹੇ ਹਾਂ, ਚਾਹੇ ਐਨਵਾਇਰਨਮੈਂਟ ਹੈ, ਚਾਹੇ ਅੱਜ ਕੱਲ੍ਹ ਇੱਕ ਬਿਮਾਰੀ ਫੈਲੀ ਹੋਈ ਹੈ, ਸਾਡਾ ਸਾਰੀ ਦੁਨੀਆ ਦੇ ਵਿੱਚ ਫੈਮਿਲੀ ਸਿਸਟਮ ਖਤਮ ਹੋਈ ਜਾ ਰਿਹਾ ਹੈ, ਸਾਡੀ ਸੁਸਾਇਟੀ ਡਿਕੇ ਹੋ ਜਾ ਰਹੀ ਹੈ, ਕਿਰਦਾਰ ਖਤਮ। ਉਹ ਕੀ ਕਾਰਨ ਹੈ? ਉਹ ਬੇਸਿਕਲੀ ਜਿਵੇਂ ਅਸੀਂ ਕਹਿੰਦੇ ਐਨਵਾਇਰਨਮੈਂਟ ਇਸ ਕਰਕੇ ਖਤਮ ਹੋ ਰਿਹਾ ਜੀ ਕਿ ਅਸੀਂ ਇਕੋਲੋਜੀਕਲ ਬੈਲੈਂਸ ਡਿਸਟਰਬ ਕਰ ਦਿੱਤਾ ਹੈ, ਕਿਉਂਕਿ ਅਸੀਂ ਨੇਚਰ ਦੇ ਅਸੀਂ ਬੂਟੇ ਨਹੀਂ ਲਾਏ। ਸੋ ਮੈਂ ਧੁਰਾ ਲਿਆਣਾ ਚਾਹਨਾ ਐਗਜ਼ਾਮਪਲ ਦੇਖ ਕੇ ਕਿ ਜਿਸ ਦੇ ਅੰਦਰ ਸਿਮਰਨ ਦੀ ਆ ਗਈ, ਜਿਹੜੀ ਕਹਿੰਦੇ ਨਾ ਅਸੀਂ ਇਹ ਗਿਫਟ ਮਿਲ ਗਿਆ, ਫਿਰ ਦੇਖੋ ਸੁਖਮਨੀ ਸਾਹਿਬ ਉਦੋਂ ਉਹਨੇ ਸਾਨੂੰ ਦੁਨੀਆ ਦਾ ਜਿਹੜਾ ਰੱਬ ਨੇ ਭੇਜਿਆ ਉਹ ਨਿਸ਼ਾਨਾ ਪ੍ਰਾਪਤ ਹੋ ਗਿਆ। ਤੇ ਜਦੋਂ ਸੁਖਮਨੀ ਸਾਹਿਬ ਦੀ ਇਹ ਤੁਕ ਪੜ੍ਹਦੇ ਆ ਨਾਲ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਓਹੋ ਮੈਂ ਇਹਦਾ ਮਤਲਬ ਕਿ ਅਸੀਂ ਅੱਜ ਤੱਕ ਇਹ ਆਪਣੇ ਮਨ ਨੂੰ ਸਮਝਾਇਆ ਨਹੀਂ ਕਿ ਜਿਹੜਾ ਸਿਮਰਨ ਦੇ ਵਿੱਚ ਉਹ ਤਾਕਤਾਂ ਹਨ ਜਿਹੜੀ ਕਿ ਅਸੀਂ PhD ਕਰਕੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਮਹਾਰਾਜ ਕਹਿੰਦੇ ਨੇ ਕਿ ਜੇ ਤੇਰੇ ਅੰਦਰ ਉਸ ਵਾਹਿਗੁਰੂ ਜੀ ਦੇ ਨਾਲ ਅੰਦਰੂਨੀ ਪਿਆਰ ਹੋ ਗਿਆ ਨਾ, ਫਿਰ ਦੁਬਾਰਾ ਮੈਂ ਬੋਲਣਾ ਚਾਹੁੰਦਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਸੋ ਇਹ ਸਾਰੀ ਗੁਰਬਾਣੀ ਜਾਂ ਅੱਜ ਦਾ ਵਿਚਾਰ ਕੇਂਦਰੀ ਧੁਰਾ ਸਾਨੂੰ ਇਹੀ ਲੈ ਕੇ ਜਾ ਰਹੇ ਹਨ, ਜਿਸ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਜੋਤ ਜਗ ਪਈ। ਫਿਰ ਜਾਣੋ ਤੁਸੀਂ ਇਸ ਧਰਤੀ ਦੇ ਰਾਜੇ ਬਣ ਗਏ, ਇਸ ਬ੍ਰਹਿਮੰਡ ਦੇ ਤੁਸੀਂ ਕਿੰਗ ਬਣ ਗਏ, ਤੇ ਤੁਹਾਡੇ ਅੰਦਰ ਸਾਰੀਆਂ ਰਿੱਧੀਆਂ ਸਿੱਧੀਆਂ ਨੌ ਨਿਧੀਆਂ all intellectual all spiritual powers will reside in you and the central theme is ਉਸ ਪਰਮਾਤਮਾ ਨੂੰ ਯਾਦ ਕਰਨਾ। ਤੇ ਸਭ ਤੋਂ ਉੱਤਮ ਕਰਨ ਦਾ ਢੰਗ ਸ਼ਬਦ ਵਿਚਾਰ ਤੇ ਡਿਵੋਸ਼ਨਲ ਕੀਰਤਨ ਆਨੰਦ ਹੈ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਵਾਹ ਜੀ, ਆਹਾ ਦੇਖੋ ਵੀਰ ਜੀ, ਇਹ ਮੈਂ ਨਹੀਂ ਹੁਣ ਕਿਹਾ, ਸੰਗਤ ਨੇ ਕਿਹਾ ਜੀ, ਜਸਪਾਲ ਵੀਰ ਜੀ ਨੂੰ ਕਿਹਾ ਕਰੋ ਕਿ ਰੋਜ਼ ਸਾਡੇ ਨਾਲ ਵਿਚਾਰ ਕਰਿਆ ਕਰਨ। ਅੱਜ ਤੁਸੀਂ ਸਾਡੀਆਂ ਅੱਖਾਂ ਦਿਲ ਕੰਨ ਨੱਕ ਸਭ ਖੋਲ ਦਿੱਤਾ ਜੀ। ਵਾਹਿਗੁਰੂ ਵਾਹਿਗੁਰੂ ਹਨਾ। ਇੱਕ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਦੋਂ ਤੁਸੀਂ ਨਾਮ ਜਪਦੇ ਹੋ ਤੇ ਸਾਰੀਆਂ ਰਿੱਧੀਆਂ ਸਿੱਧੀਆਂ ਜਪ ਤਪ ਬੁੱਧ ਸਭ ਤੁਹਾਡੇ ਇੰਟੈਲੈਕਚੁਅਲਿਟੀ ਸਭ ਤੁਹਾਡੇ ਕੋਲ ਆ ਜਾਂਦੀ ਹੈ। ਵਾਹ ਜੀ। ਔਰ ਇਹੀ ਚੀਜ਼ਾਂ ਸਾਰੇ ਜੀਵਨ ਵਿੱਚ ਲੋੜੀਂਦੀਆਂ ਨੇ। ਤੇ ਮੈਂ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਇੱਕ ਨਾਮ ਦੇ ਮਗਰ ਲੱਗ ਜਾਈਏ ਤੇ ਇਹ ਚੀਜ਼ਾਂ ਤੁਹਾਡੇ ਮਗਰ ਲੱਗ ਜਾਣਗੀਆਂ। ਬਾਣੀ ਕਹਿੰਦੀ ਹੈ ਜੀ, ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ, ਇੱਕ ਸ਼ਬਦ ਲੈ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਵਾਹ ਜੀ, ਬਹੁਤ ਪਿਆਰੀ ਵਿਚਾਰ। ਆਨੰਦ ਵੀਰ ਜੀ ਜ਼ਰੂਰ ਕਰਿਆ ਕਰੀ ਜੀ ਆਪਾਂ। ਜਿਵੇਂ ਅੱਜ ਪਰਵਿੰਦਰ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਜੀ ਕਿ ਸਾਡਾ ਜੀਵਨ ਮਾਇਕ ਪਦਾਰਥਾਂ ਦੇ ਲੋਚਾਂ ਵਿੱਚ ਸੋਚਾਂ ਵਿੱਚ ਆਟੋ ਮੋਡ ਤੇ ਲੱਗਾ ਹੋਇਆ ਹੈ। ਸਾਨੂੰ ਉਹਨੂੰ ਹੋੜ ਕੇ ਉਹਨੂੰ ਮੋੜ ਕੇ ਉਹਨੂੰ ਪਿਆਰ ਨਾਲ ਕਹਿੰਦੇ ਨਾ, ਹਿੱਚੇ ਤਾਂ ਪ੍ਰੇਮ ਕੇ ਚਾਬੁਕ ਮਾਰੋ, ਪ੍ਰੇਮ ਦੇ ਚਾਬੁਕ ਮਾਰ ਕੇ ਸਾਨੂੰ ਉਹਨੂੰ ਆਟੋ ਮੋਡ ਤੇ ਗੁਰਬਾਣੀ ਵਾਲੇ ਪਾਸੇ ਲੈ ਕੇ ਆਉਣਾ ਚਾਹੀਦਾ ਜੀ। ਵਿਆਹ ਅੱਜ ਬੜੀ ਪਿਆਰੀ ਵਿਚਾਰ ਪਰਵਿੰਦਰ ਵੀ ਜੀ ਨੇ ਵੀ ਦਿੱਤੀ ਹੈ ਜੀ। ਆਟੋ ਮੋਡ ਅਸੀਂ ਕੋਸ਼ਿਸ਼ ਕਰੀਏ ਜੀ ਕਿ ਸਾਡਾ ਜਿਹੜਾ ਮਨ ਹੈ ਉਹ ਆਟੋ ਮੋਡ ਤੇ ਲੱਗ ਜਾਏ ਜੀ ਗੁਰੂ ਵਾਲੇ ਪਾਸੇ। ਵਾਹ ਜੀ, ਅੱਜ ਸੰਗਤ ਵੀ ਬੜੀ ਪਿਆਰੀ ਵਿਚਾਰ ਦੇ ਰਹੀ ਹੈ। ਜਸਪਾਲ ਵੀਰ ਜੀ ਕਹਿੰਦੇ ਹੈ, ਜੇ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਵਾਹ ਜੀ, ਅਮਰਜੀਤ ਭੈਣ ਜੀ ਲਿਖਦੇ ਨੇ ਕਿ ਉਹ ਬਾਹਰੋਂ ਵੇਖਣ ਨੂੰ ਭਾਵੇਂ ਸੋਹਣਾ ਹੋਵੇ ਪਰ ਉਸਦੀ ਆਤਮਾ ਮਲੀਨ ਹੋਣ ਕਰਕੇ ਜਗਤ ਵਿੱਚ ਉਸਦਾ ਆਉਣਾ ਵਿਅਰਥ ਹੈ। ਵਾਹ ਜੀ। ਕਹਿੰਦੇ ਜੀ, ਬਸੋ ਸੰਗ ਗੋਪਾਲ ਸਗਲ ਸੁਖ ਰਸ ਹਰ, ਰਿੱਧ ਸਿੱਧ ਨਵ ਨਿਧ ਬਸੇ ਜਿਸ ਸਦਾ ਕਰ। ਵਾਹ ਜੀ।
कबीर ऐसी होए परी मन को पावत कीन मरने ते क्या डरपना जब हाथ छडौरा। ये श्लोक नहीं करना जी कहते। अच्छा जी कहते पिछे असी पहले श्लोक तो संगत की ये डिमांड है जी कहते पहले श्लोक तो शुरू करो जी। चलो जी सारे जो फैसला करेगी उस तरह शुरू करांगे जी। जो जन ले खसम का नाम तिनके सद बलिहारे जाओ। वाह जी ਅੱਜ ਤੁਹਾਡੇ ਸਾਰਿਆਂ ਤੋਂ ਬਲਿਹਾਰ ਜੀ ਜਿੰਨੀ ਵੀ ਸੰਗਤ ਨੇ ਅੱਜ ਜੁੜ ਕੇ ਸਾਰੀ ਵਿਚਾਰ ਕੀਤੀ ਹੈ। ਬਹੁਤ ਪਿਆਰੀ ਵਿਚਾਰ ਜਸਪਾਲ ਵੀਰ ਜੀ ਨੇ ਬਹੁਤ ਪਿਆਰੀ ਵਿਚਾਰ ਤੁਸੀਂ ਸਾਰਿਆਂ ਨੇ ਚੈਟ ਵਿੱਚ ਜਸਪੀਰ ਸਿੰਘ ਹੋਣਾ ਨੇ ਹਰਮੀਤ ਭੈਣ ਜੀ ਨੇ ਅੱਜ ਕਮਾਲ ਕਰਤੀ ਜੀ। ਬੜੇ ਰੰਗ ਵਿੱਚ ਉਹਨਾਂ ਨੇ ਅੱਜ ਕੀਤੀ ਹੈ ਜੀ ਵਿਚਾਰ। ਅੱਜ ਆਨੰਦ ਪੂਰਾ ਆਨੰਦ ਬਣਿਆ ਜੀ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਇਸ ਤਰ੍ਹਾਂ ਹੀ ਮਹਾ ਆਨੰਦ ਗੁਰੂ ਸ਼ਬਦ ਵਿਚਾਰ ਵਿੱਚ ਆਏ ਤੇ ਕਰਦੇ ਕਰਦੇ ਜਿਹੜੀ ਅਸੀਂ ਅੱਜ ਇਹ ਕਾਠ ਦੀ ਹਾਂਡੀ ਦੀ ਵਿਚਾਰ ਕੀਤੀ ਹੈ ਇਹਨੂੰ ਇੱਥੋਂ ਜਿਹੜੀ ਹੈ ਉਹ ਇਹੋ ਜਿਹੀ ਹਾਂਡੀ ਬਣਾ ਕੇ ਲੈ ਕੇ ਜਾਈਏ ਇਸ ਪਰਮਾਤਮਾ ਵੀ ਉੱਥੇ ਸਾਨੂੰ ਸਾਡਾ ਵੈਲਕਮ ਕਰੇ ਕਿ ਆਓ ਮੇਰੇ ਬੱਚੇ ਜਿਹੜੇ ਆ ਉਹ ਗੁਰਬਾਣੀ ਦੀ ਵਿਚਾਰ ਕਰਦੇ ਕਰਦੇ ਮੇਰੇ ਕੋਲ ਆਏ ਨੇ। ਬਹੁਤ ਵਧੀਆ। ਹਾਂਜੀ ਮੈਨੂੰ ਲੱਗਦਾ ਪਰਵਿੰਦਰ ਵੀਰ ਜੀ ਨੇ ਕੈਮਰਾ ਔਨ ਕੀਤਾ ਜੀ। ਹਾਂਜੀ ਪਰਵਿੰਦਰ ਵੀਰ ਜੀ। जी वाहिगुरू जी ਮੈਨੂੰ ਲੱਗਦਾ ਹੈ ਇਹ ਨਾਮ ਸਿਮਰਨ ਦੀ ਗੱਲ ਅਸੀਂ ਅੱਜ ਵਿਚਾਰ ਰਹੇ ਹਾਂ ਪਰ ਗੁਰਬਾਣੀ ਨੂੰ ਪੜ੍ਹੀਏ ਤਾਂ ਪਤਾ ਲੱਗਦਾ ਹੈ ਗੁਰੂ ਮਹਾਰਾਜ ਕਹਿੰਦੇ ਹਨ ਸਾਰੇ ਜੀਵਨ ਦਾ ਜੇ ਕੋਈ ਤੱਤ ਕੱਢੀਏ ਸਾਰੀ ਬਾਣੀ ਦਾ ਜੇ ਕੋਈ ਤੱਤ ਕੱਢੀਏ ਸਾਰਾ ਜੋ ਗੁਰਬਾਣੀ ਦਾ ਜੋਰ ਹੈ ਉਹਦਾ ਜੇ ਅਸੀਂ ਕਹੀਏ ਇੱਕ ਸਿੰਗਲ ਸ਼ਬਦ ਦੇ ਵਿੱਚ ਅਸੀਂ ਕੀ ਉਪਦੇਸ਼ ਹੈ ਉਹ ਹੈ ਨਾਮ ਸਿਮਰਨ ਹੀ ਹੈ ਕਿ ਬੜੇ ਸ਼ਬਦ ਇਸ ਤਰ੍ਹਾਂ ਆਉਂਦੇ ਹਨ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਕਹਿੰਦੇ ਜਿੰਨੀ ਮਰਜ਼ੀ ਦੌੜ ਭੱਜ ਕਰ ਲੈ ਜਿੰਨੀ ਮਰਜ਼ੀ ਮਾਇਆ ਕਮਾ ਲੈ ਜਿੰਨੇ ਮਰਜ਼ੀ ਵੱਡੇ ਅਹੁਦਿਆਂ ਤੇ ਡਿਗਰੀਆਂ ਲੈ ਲੈ ਵੱਡੇ ਅਹੁਦਿਆਂ ਦੇ ਪਹੁੰਚ ਜਾ ਦੇਸ਼ਾਂ ਵਿਦੇਸ਼ਾਂ ਜਿੱਥੇ ਮਰਜ਼ੀ ਜਾਇਆ ਪਰ ਬਿਨ ਹਰ ਭਜਨ ਨਹੀਂ ਛੁਟਕਾਰਾ। ਜਿਹੜਾ ਹਰੀ ਦੇ ਭਜਨ ਤੋਂ ਬਿਨਾਂ ਤੇਰਾ ਛੁਟਕਾਰਾ ਹੋਣਾ ਹੀ ਨਹੀਂ। ਉਹ ਭਜਨ ਕਰਨਾ ਹੀ ਪੈਣਾ ਹੈ ਜੇ ਅਸਲ ਜੀਵਨ ਦਾ ਤੱਤ ਲੈਣਾ ਹੈ ਆਨੰਦ ਲੈਣਾ ਹੈ ਤੇ ਉਹ ਅਸਲ ਨਾਮ ਦੇ ਵਿੱਚੋਂ ਹੀ ਮਿਲਣਾ ਹੈ। ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਕਹਿੰਦੇ ਜਦੋਂ ਲੇਖਾ ਜੋਖਾ ਹੋਣਾ ਹੈ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੱਸਦੇ ਹਨ ਅਵਰ ਕਰਤੂਤ ਜਿੰਨੇ ਨਾਮ ਨੂੰ ਛੱਡ ਕੇ ਹੋਰ ਜਿੰਨੇ ਵੀ ਅਸੀਂ ਆਪਣੀ ਭੱਜ ਦੌੜ ਹੈ ਸਾਡੀ ਅਵਰ ਕਰਤੂਤ ਹੈ ਸਗਲੀ ਜਮ ਡਾਨੈ। ਜਦੋਂ ਲੇਖਾ ਜੋਖਾ ਹੈ ਤੇ ਉਹਦੇ ਤੇ ਡੰਨ ਲੱਗਦਾ। ਕਦੋਂ ਲੱਗਦਾ? ਕਹਿੰਦੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਉਹ ਕਹਿੰਦੇ ਸਾਰਾ ਕੁਝ ਠੀਕ ਹੈ ਤੇਰਾ ਅਹੁਦਾ ਵੀ ਠੀਕ ਹੈ ਤੇਰਾ ਨਾਮ ਧਨ ਵੀ ਤੇਰੀ ਪ੍ਰਾਪਰਟੀ ਵੀ ਠੀਕ ਹੈ ਕਰੀ ਤੂੰ ਕੰਮ ਕੀਤਾ ਹੈ ਸਾਰਾ ਪਰ ਤੇਰਾ ਨਾਮ ਧਨ ਕਿੱਥੇ ਹੈ ਉਹ ਦਿਖਾ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਤੇ ਜੇ ਉਹ ਨਾਮ ਧਨ ਪੱਲੇ ਹੋਏਗਾ ਫਿਰ ਜਿਹੜਾ ਹੈ ਅਸੀਂ ਉਹ ਪ੍ਰਵਾਨ ਹੋ ਜਾਵਾਂਗੇ। ਕਹਿੰਦੇ ਕੌਣ ਕਉ ਕਲੰਕ ਰਹਿਓ ਰਾਮ ਨਾਮ ਲੇਤ ਪਤਿਤ ਪਵਿੱਤ ਪਏ ਪਤਿਤ ਪਵਿੱਤ ਪਏ ਰਾਮ ਨਾਮ ਲੇਤ। ਕੌਣ ਕਉ ਕਲੰਕ ਰਹਿਓ ਰਾਮ ਨਾਮ ਲੇਤ। ਰਾਮ ਦਾ ਨਾਮ ਲੈਣਾ ਇੰਨਾ ਜ਼ਰੂਰੀ ਹੈ। ਇਹ ਸਾਡੇ ਕਲੰਕ ਜਿਹੜੇ ਹੈ ਇਹ ਅਸੀਂ ਇਹਦੇ ਤੋਂ ਬਚ ਜਾਂਦੇ ਹਾਂ ਤੇ ਜੀਵਨ ਜਿਹੜਾ ਹੈ ਸਫਲ ਹੋ ਸਕਦਾ ਹੈ। ਨਾਮ ਧਨ ਇੰਨਾ ਜ਼ਰੂਰੀ ਹੈ ਜੀ। ਸੋਧਤ ਸੋਧਤ ਸੋਧ ਤਤ ਵਿਚਾਰਿਆ। ਜਿਹੜਾ ਤਤ ਹੈ ਸੋਧ ਕੇ ਗੁਰੂ ਮਹਾਰਾਜ ਕਹਿੰਦੇ ਮੈਂ ਜੀਵਨ ਦਾ ਤਤ ਤੁਹਾਨੂੰ ਦੱਸ ਰਿਹਾ। ਸਾਰੀ ਭੱਜ ਦੌੜ ਕਰਕੇ ਜਿੱਥੇ ਤੁਸੀਂ ਪਹੁੰਚੋਗੇ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਰਿਹਾ ਵੀ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ। ਸਰ ਪਰ ਹਾਰਿਆ ਨਾਮ ਤੋਂ ਬਿਨਾ ਸੁੱਖ ਤੈਨੂੰ ਲੱਭਣਾ ਹੀ ਨਹੀਂ। ਫਿਰ ਹੋਰ ਆਂਦਾ ਅਬਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਸਦਾ ਜਿਹੜਾ ਸਿਮਰਨ ਜਿਹੜਾ ਉਹ ਤੈਨੂੰ ਸਦੀਵੀ ਸਿਮਰਨ ਜਿਹੜਾ ਸਦੀਵੀ ਸੁੱਖ ਜਿਹੜਾ ਹੈ ਉਹ ਤੈਨੂੰ ਨਾਮ ਦੇ ਵਿੱਚੋਂ ਹੀ ਮਿਲਣਾ ਹੈ। ਸੋ ਇਹ ਸਾਰੇ ਸ਼ਬਦ ਦਾ ਮੈਨੂੰ ਲੱਗਦਾ ਹੈ ਇਹੀ ਕਬੀਰ ਜੀ ਸਾਨੂੰ ਸਮਝਾਉਣਾ ਕਰ ਰਹੇ ਹਨ ਕਿ ਨਾਮ ਸਿਮਰਨ ਜਿਹੜਾ ਹੈ ਉਹ ਸਾਡਾ ਜਿਹੜਾ ਹੈ ਉਹ ਸਾਡਾ ਉਦਮ ਉਪਰਾਲਾ ਨਾਮ ਸਿਮਰਨ ਵਾਸਤੇ ਹੋਣਾ ਚਾਹੀਦਾ। ਪਰਵਿੰਦਰ ਜੀ ਮੈਨੂੰ ਇੱਕ
ਖਿਆਲ ਫੁਰਨਾ ਫੁਰਿਆ ਜੇ ਸਾਰੀ ਸੰਗਤ ਇਹਨੂੰ ਓਕੇ ਕਰੇ। ਮੈਂ ਕਹਿੰਦਾ ਆਪਾਂ ਸਾਰੇ ਜਾਣੇ ਜਿੰਨੇ ਵੀ ਮਤਲਬ ਜਦੋਂ ਅਸੀਂ ਨਾਮ ਨਹੀਂ ਜਪਦੇ ਉਦੋਂ ਜੋ ਸਜ਼ਾਵਾਂ ਲੱਗਦੀਆਂ ਹਨ ਜਾਂ ਜੋ ਸਾਡੇ ਕੋਲ ਖੋਇਆ ਜਾਂਦਾ ਹੈ ਜਾਂ ਜਿਹੜਾ ਸਾਨੂੰ ਪ੍ਰਾਪਤ ਨਹੀਂ ਹੁੰਦਾ ਜਾਂ ਸਤਿਗੁਰ ਜੋ ਸਾਨੂੰ ਇੰਸਟਰਕਟ ਕਰਦੇ ਹਨ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਕੀ ਮਿਲਦਾ ਹੈ ਤੇ ਜਿਹੜੇ ਨਾਮ ਜਪਦੇ ਹਨ ਉਹਨਾਂ ਨੂੰ ਕੀ ਪ੍ਰਾਪਤੀਆਂ ਹੁੰਦੀਆਂ ਹਨ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਆਪਾਂ 2-3 ਦਿਨ ਲੈ ਲਈਏ ਔਰ ਇੱਕ ਦਿਨ ਸਿਰਫ ਇਹਦੇ ਤੇ ਵਿਚਾਰ ਹੋਵੇ ਕਿ ਜਿਹੜੇ ਨਾਮ ਜਪਦੇ ਹਨ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੋ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਾਈ ਨਗਰ ਉਜਾੜੀ ਜੀ। ਇਸ ਤਰ੍ਹਾਂ ਜਿਹੜੇ ਨਾਮ ਨਹੀਂ ਜਪਦੇ ਉਹ ਕਿਉਂ ਆਏ ਨੇ, ਉਹਨਾਂ ਦਾ ਜਨਮ ਮਿੱਥਾ ਜਾਂ ਨਾਮ ਬਿਨਾਂ ਜੋ ਪਹਿਰੇ ਖਾਏ। ਵੀ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨਾਲ ਕੀ ਹੁੰਦਾ, ਜਿਹੜੇ ਜਪਦੇ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਕੀ ਦਿੰਦੇ ਨੇ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕਿਉਂਕਿ ਅੱਜ ਟਾਈਮ ਜ਼ਿਆਦਾ ਇਸ ਕਰਕੇ ਹੋਰ ਵਿਚਾਰ ਨਹੀਂ ਚਲਾਉਂਦੇ, ਪਰ ਇਹ ਸਾਰਿਆਂ ਵਾਸਤੇ ਸਾਰਿਆਂ ਨੂੰ ਬੇਨਤੀ ਹੈ ਜਿਹੜੇ 34 ਪਰਿਵਾਰ ਅਸੀਂ ਜੁੜੇ ਹਾਂ ਕਿ ਅੱਜ ਤੋਂ 3 ਦਿਨ ਬਾਅਦ, ਅੱਜ ਮੰਗਲਵਾਰ ਹੈ, ਬੁੱਧ ਵੀਰ ਸ਼ੁੱਕਰਵਾਰ ਆਪਾਂ ਇਹ ਪਰਵਿੰਦਰ ਵੀ ਜੀ ਠੀਕ ਹੈ ਜੀ ਕਰੀਏ ਰੱਖੀਏ ਜੀ। ਸਿਰਫ ਨਾਮ ਤੇ ਵਿਚਾਰ ਹੋਏਗੀ ਕਿ ਨਾਮ ਕਿਉਂ ਜ਼ਰੂਰੀ ਹੈ ਤੇ ਜਿਹੜੇ ਨਹੀਂ ਜਪਦੇ ਉਹਨਾਂ ਨਾਲ ਕੀ ਹੁੰਦਾ। ਠੀਕ ਹੈ ਪਰਵਿੰਦਰ ਜੀ, ਜਸਪਾਲ ਵੀ ਜੀ ਤੁਹਾਡੀ ਕੰਸੈਂਟ? ਬਿਲਕੁਲ ਠੀਕ ਹੈ ਜੀ। ਇੱਕ ਵਿਸ਼ਾ ਇਹ ਵੀ ਰੱਖੀਏ ਜੀ, ਜਿਵੇਂ ਅਸੀਂ ਕਹਿੰਦੇ ਨਾ ਇਹ ਜਿਹੜਾ ਡਾਲਰ ਹੈ ਕੰਟਰੀ ਚੱਲਦਾ, ਇੱਕ ਇਹ ਵੀ ਰੱਖੀਏ ਜਿਹੜਾ ਨਾਮ ਇੱਕ ਐਸੀ ਕਰੰਸੀ ਹੈ ਇਹ ਤੁਹਾਡੇ ਨਾਲ ਵੀ ਜਾਣੀ ਹੈ ਕਰੰਸੀ ਹੈ ਜੀ। ਨਾ ਇਹਦਾ ਰੇਟ ਇਹ ਵਧੀ ਜਾਣਾ, ਮਲਟੀਪਲਾਈ ਕਰਨਾ ਹੈ ਜੀ। ਤੇ ਕੋਈ ਪੂਰੀ ਗਰੰਟਿਡ ਹੈ ਨਾਲ ਤੁਹਾਡੇ ਜਾ ਕੇ ਤੇ ਮਲਟੀਪਲਾਈ ਕਰੇਗੀ। ਵਾਹ ਜੀ। ਚਲੋ ਜੀ ਮੈਂ ਬੇਨਤੀ ਕਰਾਂਗਾ ਜਸਜੋਤ ਸਿੰਘ ਉਹਨਾਂ ਨੂੰ, ਬੜੇ ਪਿਆਰ ਨਾਲ ਅੱਜ ਉਹਨਾਂ ਨੇ ਇਹ ਸ਼ਲੋਕ ਪੜਿਆ ਜੀ। ਅਜੀ ਕੋਈ ਸ਼ਲੋਕ ਹੋਇਆ ਕਿਉਂਕਿ ਬੜਾ ਇੰਪੋਰਟੈਂਟ ਸੀ ਇਹ ਵਿਸ਼ਾ ਕਿ ਕਿਸ ਤਰ੍ਹਾਂ ਅਸੀਂ ਆਟੋ ਮੋਡ ਤੇ ਜਾਣਾ ਹੈ। ਵਾਹ ਜੀ, ਆ ਵਿਚਾਰ ਬੜੀ ਪਿਆਰੀ ਮਿਲੀ ਹੈ ਜੀ। ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਮੇਰੇ ਸਾਰੇ ਵਿਚਾਰ ਮੇਰੇ ਸਾਰੇ ਕੰਮ ਗੁਰਬਾਣੀ ਦੇ ਆਟੋ ਮੋਡ ਤੇ ਰਸਤੇ ਤੇ ਹੋਣ, ਕਿਉਂਕਿ ਅੱਜ ਕੱਲ ਜ਼ਮਾਨਾ ਆਟੋਮੈਟਿਕ ਹੈ ਜੀ, ਸਾਡੇ ਵਿਚਾਰ ਵੀ ਆਟੋਮੈਟਿਕ ਹੋਣੇ ਚਾਹੀਦੇ ਨੇ। ਵਾਹ ਜੀ, ਬਹੁਤ ਪਿਆਰੀ ਵਿਚਾਰ ਜੀ। ਖਿਮਾ ਜੀ, ਭੁੱਲਚੁੱਕ ਦੀ ਖਿਮਾ। ਮੈਂ ਜਸਜੋਤ ਜੀ ਨੂੰ ਬੇਨਤੀ ਕਰਾਂਗਾ ਕਿ ਇਹ ਪੜ੍ਹ ਕੇ ਸਮਾਪਤੀ ਕਰਨ ਜੀ। ਵਾਹ ਜੀ, ਆਓ ਜੀ ਜਸਜੋਤ ਜੀ। ਕਬੀਰ ਰਾਮ ਨਾ ਧਿਆਇਓ ਕਾਇਆ ਹਾੰਡੀ ਕਾਠ ਕੀ ਨਾ ਕਬੀਰ ਰਾਮ ਨਾ ਮੋਟੀ ਕਾਇਆ ਹਾੰਡੀ ਕਾਠ ਕੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।